ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 467 ਤੇ ਉੱਤੋਂ ਤੀਸਰੀ ਪੰਕਤੀ ਹੈ। 467 ਉੱਪਰੋਂ ਤੀਸਰੀ ਪੰਕਤੀ। ਸ਼ਲੋਕ ਮਹਿਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੂਆਂ ਮੰਡਲਾਂ ਖੰਡਾਂ ਵਰ ਭੰਡਾਂ ਅੰਡਜ ਜੇਰਜ ਉਤਪੁਜਾਂ ਖਾਣੀ ਸੇਤ ਜਾਂ ਸੋ ਮਿਤ ਜਾਣੈ ਨਾਨਕਾ ਸਰਾਂ ਮੇਰਾ ਜੰਤਾਂ। ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ ਜਿਨ ਕਰਤੈ ਕਰਨਾ ਕੀਆ ਚਿੰਤਾ ਪੇ ਕਰਨੀ ਤਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਤ ਤਿਸ ਦੀਵਾਨ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪੁਰਖਾਂ ਬੰਦੇ ਜਿਹਨੂੰ ਆਪਾਂ ਕਹਿੰਦੇ ਪੁਰਖ, ਬਿਰਖਾਂ ਦਰਖਤ, ਤੀਰਥ ਜਿੱਥੇ ਜਾਂਦੇ ਆਪਾਂ ਦਰਿਆਵਾਂ 'ਤੇ ਇਸ਼ਨਾਨ ਕਰਨ, ਤਟ ਹੁੰਦਾ ਦਰਿਆ ਦੇ ਕਿਨਾਰੇ, ਮੇਘ ਹੁੰਦਾ ਬੱਦਲ, ਖੇਤਾਂ ਖੇਤ, ਦੀਪ ਉਹ ਦੇਸ਼ ਹੁੰਦੇ ਨੇ ਜਿਨ੍ਹਾਂ ਦੇ ਆਲੇ ਦੁਆਲੇ ਸਮੁੰਦਰ ਹੁੰਦਾ ਹੈ। ਜਿਵੇਂ ਆਸਟ੍ਰੇਲੀਆ ਭਾਵੇਂ ਬੜਾ ਵੱਡਾ ਦੇਸ਼ ਹੈ, ਮਹਾਂਦੀਪ ਹੈ, ਪਰ ਇਹ ਦੀਪ ਹੈ ਕਿਉਂਕਿ ਇਹਦੇ ਆਲੇ ਦੁਆਲੇ ਪਾਣੀ ਹੀ ਪਾਣੀ ਹੈ। ਨਿਊਜ਼ੀਲੈਂਡ ਹੈ, ਉਹ ਵੀ ਦੀਪ ਹੈ, ਉਹ ਸਮੁੰਦਰ ਦੇ ਵਿੱਚ ਹੈ, ਆਲੇ ਦੁਆਲੇ ਪਾਣੀ ਹੈ, ਉਹਨੂੰ ਦੀਪ ਕਹਿੰਦੇ ਨੇ। ਇੰਗਲਿਸ਼ ਵਾਲੇ ਨੂੰ ਆਈਲੈਂਡ ਕਹਿੰਦੇ ਨੇ। ਦੀਪ ਲੋ ਧਰਤੀ ਨੂੰ ਕਹਿੰਦੇ ਨੇ। ਲੋਏ ਜੇ ਹੋਵੇ ਲੱਲੇ ਨੂੰ ਹੋੜਾ ਈੜ ਨੁਸਾਰੀ ਲੋਏ ਇੱਕ ਧਰਤੀ ਹੁੰਦੀ ਹੈ। ਲੋਏ ਦਾ ਬਹੁਵਚਨ ਲੱਲੇ ਨੂੰ ਹੋੜਾ ਆੜਾ ਹੋ ਜਾਂਦਾ ਹੈ। ਲੋ ਬਹੁਤੀਆਂ ਧਰਤੀਆਂ। ਦੀਪਾਂ ਲੋਆਂ ਮੰਡਲਾਂ, ਮੰਡਲ ਹੁੰਦਾ ਕਿਸੇ ਚੀਜ਼ ਦਾ ਇਕੱਠ, ਧਰਤੀਆਂ ਦਾ ਇਕੱਠ। ਖੰਡਾਂ ਧਰਤੀਆਂ ਦੇ ਹਿੱਸੇ। ਵਰ ਭੰਡਾਂ ਜਿਹਨੂੰ ਬ੍ਰਹਿਮੰਡ ਕਹਿੰਦੇ ਨੇ। ਬ੍ਰਹਿਮੰਡ ਦੇ ਵਿੱਚ ਹੀ ਸਾਰਾ ਕੁਛ ਆਉਂਦਾ ਹੈ। ਅੰਡੇ ਜੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ। ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਜੀਵ। ਉਤਪਜਾਂ ਧਰਤੀ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ। ਖਾਣੀ ਇਹ ਚਾਰ ਖਾਣੀਆਂ ਮੰਨੀਆਂ ਗਈਆਂ ਨੇ। ਸੇਤ ਜਾਂ ਸੇਤਜ ਸਿੱਲ ਨੂੰ ਕਹਿੰਦੇ ਨੇ ਅਤੇ ਪਸੀਨੇ ਨੂੰ ਵੀ ਕਹਿੰਦੇ ਨੇ। ਪਸੀਨੇ ਅਤੇ ਸਿੱਲ ਤੋਂ ਪੈਦਾ ਹੋਣ ਵਾਲੇ ਜੀਵ। ਸੋ ਮਿਤ ਜਾਣੈ ਨਾਨਕਾ, ਮਿਤ ਹੁੰਦੀ ਗਿਣਤੀ। ਸਰਾਂ ਸਰ ਹੁੰਦਾ ਸਮੁੰਦਰ। ਮੇਰ ਹੁੰਦਾ ਪਹਾੜ। ਜੰਤਾਂ ਮਨੇ ਜੰਤ। ਕਹਿੰਦੇ ਪਰਮਾਤਮਾ ਨੇ ਪੁਰਖ ਪੈਦਾ ਕੀਤੇ, ਦਰਖਤ ਪੈਦਾ ਕੀਤੇ, ਤੀਰਥ ਬਣਾਏ, ਦਰਿਆਵਾਂ ਦੇ ਕਿਨਾਰੇ ਹੋਏ, ਬੱਦਲ ਹੋਏ, ਖੇਤ ਨੇ, ਦੀਪ ਨੇ, ਧਰਤੀਆਂ ਨੇ, ਮੰਡਲ ਨੇ, ਖੰਡ ਨੇ, ਬ੍ਰਹਿਮੰਡ ਨੇ ਅਤੇ ਚਾਰੇ ਖਾਣੀਆਂ ਤੋਂ ਪੈਦਾ ਹੋਣ ਵਾਲੇ ਜੀਵ ਹਨ। ਪਰ ਸਰਾਂ ਸਮੁੰਦਰਾਂ 'ਚ, ਮੇਰਾਂ ਪਹਾੜਾਂ 'ਤੇ, ਜੰਤਾਂ ਜਿਹੜੇ ਜੰਤ ਨੇ, ਇਹਨਾਂ ਸਾਰਿਆਂ ਦੀ ਗਿਣਤੀ ਸੋ ਮਿਤ ਜਾਣੇ ਨਾਨਕਾ। ਪਰਮਾਤਮਾ ਹੀ ਇਹਨਾਂ ਦੀ ਗਿਣਤੀ ਜਾਣਦਾ ਵੀ ਕਿੰਨੇ ਕੁ ਨੇ। ਇਹ ਕਿੰਨੇ ਕੁ ਕਿੰਨੇ ਪੁਰਖ ਨੇ, ਕਿੰਨੇ ਦਰਖਤ ਨੇ, ਕਿੰਨੇ ਤੀਰਥ ਨੇ, ਕਿੰਨੇ ਤਟ ਨੇ, ਕਿੰਨੇ ਬੱਦਲ ਨੇ, ਕਿੰਨੇ ਖੇਤ ਨੇ,
कितने दीप ने, कितने लो धरतियाँ ने, कितने मंडल ने, कितने खंड ने, किन्ने ही ब्रह्मांड ने। ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਕਿੰਨੇ ਹੀ ਨੇ, ਜ਼ੇਰ ਤੋਂ ਪੈਦਾ ਹੋਣ ਵਾਲੇ ਜੀਵ ਕਿਤਨੇ ਨੇ, ਧਰਤੀ ਤੋਂ ਪੈਦਾ ਹੋਣ ਵਾਲੇ ਚੀਜ਼ਾਂ ਕਿੰਨੀਆਂ ਨੇ, ਸਿੱਤ ਜਾਂ ਸਿੱਲ ਤੋਂ ਪੈਦਾ ਹੋਣ ਵਾਲੇ ਜੀਵ ਕਿੰਨੇ ਨੇ, ਸਰਾਂ ਸਮੁੰਦਰਾਂ 'ਚ ਰਹਿਣ ਵਾਲੇ ਜੀਵ ਕਿੰਨੇ ਨੇ, ਮੇਰਾਂ ਪਹਾੜਾਂ 'ਤੇ ਰਹਿਣ ਵਾਲੇ ਕਿੰਨੇ ਜੰਤ ਨੇ। ਇਹਨਾਂ ਦੀ ਗਿਣਤੀ ਪਰਮਾਤਮਾ ਜਾਣਦਾ, ਭਾਵੇਂ ਬੇਅੰਤ ਨੇ, ਆਪਾਂ ਤਾਂ ਜਾਣ ਹੀ ਨਹੀਂ ਸਕਦੇ। ਭਾਵ ਇੰਨਾ ਕੁਛ ਪਰਮਾਤਮਾ ਨੇ ਬਣਾਇਆ ਹੈ। ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ। ਸੰਭਾਲੇ ਪੜ੍ਹਨੇ ਮੰਮੇ ਦੇ ਪੈਰ 'ਚ ਅੱਧਾ ਹਾਹਾ ਲਾ ਕੇ ਵੀ ਸੰਭਾਲ ਕਰਦਾ ਹੈ ਸਭਨਾ ਸਾਰਿਆਂ ਦੀ। ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ। ਇਹ ਇੰਨੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ ਅਤੇ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ। ਜਿਵੇਂ ਤੁਸੀਂ ਬੱਚੇ ਪੈਦਾ ਕੀਤੇ ਨੇ ਅਤੇ ਉਹਨਾਂ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ। ਤੁਸੀਂ ਸੰਭਾਲ ਕੇ ਤੁਹਾਡੇ ਨੇ, ਜਿਹਦੇ ਹਨ ਉਹਨੇ ਸੰਭਾਲਣੇ ਨੇ। ਇਸ ਤਰ੍ਹਾਂ ਪਰਮਾਤਮਾ ਨੇ ਜੋ ਕੁਛ ਬਣਾਇਆ ਉਹ ਪਰਮਾਤਮਾ ਦਾ ਹੈ ਅਤੇ ਪਰਮਾਤਮਾ ਨੂੰ ਫਿਰ ਇਹਨਾਂ ਸਾਰਿਆਂ ਦਾ ਫਿਕਰ ਹੈ। ਉਹਨੇ ਬਣਾਏ ਨੇ, ਜੇ ਉਹ ਜ਼ਿੰਮੇਵਾਰੀ ਨਹੀਂ ਆਪਣੀ ਸਮਝਦਾ ਫਿਰ ਉਹ ਕਾਹਦਾ ਪਰਮਾਤਮਾ ਹੈ। ਉਹਨੇ 84 ਲੱਖ ਜੂਨੀਆਂ ਬਣਾਈਆਂ ਨੇ, ਹਰ ਇੱਕ ਦਾ ਉਹ ਖਿਆਲ ਰੱਖਦਾ। ਨਾਨਕ ਜੰਤ ਉਪਾਇ ਕੈ। ਇੰਨੇ ਜੀਵ ਪੈਦਾ ਕਰਕੇ ਸੰਭਾਲੇ ਸਭਨਾ, ਉਹ ਸਾਰਿਆਂ ਦੀ ਸੰਭਾਲ ਕਰਦਾ ਹੈ। ਜਿਨ ਕਰਤਾ ਕਰਨਾ ਕੀ ਹੈ। ਕਰਤਾ ਹੁੰਦਾ ਪਰਮਾਤਮਾ ਨੇ, ਕਰਨਾ ਮੈਨੇ ਸ੍ਰਿਸ਼ਟੀ। ਜਿਸ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ ਨਾ, ਚਿੰਤਾ ਪੇ ਕਰਨੀ ਤਾਹ ਮੈਨੇ ਉਸਨੇ। ਚਿੰਤਾ ਵੀ ਉਹਨੇ ਹੀ ਕਰਨੀ, ਉਸੇ ਨੇ ਬਣਾਈ ਹੈ ਅਤੇ ਚਿੰਤਾ ਵੀ ਤਾਂ ਉਸ ਨੂੰ ਹੀ ਹੈ। ਤੁਸੀਂ ਬੱਚੇ ਪੈਦਾ ਕੀਤੇ ਨੇ ਅਤੇ ਬੱਚਿਆਂ ਦੀ ਚਿੰਤਾ ਤੁਹਾਨੂੰ ਹੈ। ਆਂਢੀਆਂ ਗੁਆਂਢੀਆਂ ਦੇ ਨਾ, ਤੁਹਾਡੇ ਨੇ, ਤੁਹਾਨੂੰ ਚਿੰਤਾ। ਪਰਮਾਤਮਾ ਨੇ ਬਣਾਇਆ ਹੈ ਸਾਰਾ ਸੰਸਾਰ, ਇਸ ਲਈ ਚਿੰਤਾ ਵੀ ਉਹੀ ਕਰਦਾ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਜਿਸ ਨੇ ਸੰਸਾਰ ਪੈਦਾ ਕੀਤਾ ਉਹ ਕਰਤਾ ਹੀ ਚਿੰਤਾ ਕਰਦਾ ਹੈ। ਅਸੀਂ ਤਾਂ ਵੈਸੇ ਹੀ ਚਿੰਤਾ ਕਰਦੇ ਰਹਿੰਦੇ। ਤਾਂ ਹੀ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਉਹਨੂੰ ਚਿੰਤਾ ਹੈ ਇਨਸਾਨ, ਤੂੰ ਨਾ ਚਿੰਤਾ ਕਰ, ਉਹਨੂੰ ਚਿੰਤਾ ਹੈ, ਉਹਨੇ ਪੈਦਾ ਕੀਤਾ। ਇਹ ਜਿਹੜੇ ਤੁਹਾਡੇ ਬੱਚੇ ਨੇ ਨਾ, ਮੈਂ ਕੱਲ੍ਹ ਵੀ ਕਿਹਾ ਸੀ, ਇਹ ਤੁਹਾਡੇ ਨਹੀਂ ਹੈਗੇ, ਇਹ ਪਰਮਾਤਮਾ ਦੇ ਨੇ। ਹੁਣ ਪਰਮਾਤਮਾ ਨੂੰ ਉੱਤੋਂ ਦਾ ਕੋਈ ਸੁੱਟਣਾ ਨਹੀਂ ਹੈਗਾ ਵੀ ਚਲੋ 84 ਲੱਖ ਜੂਨੀ ਉੱਤੋਂ ਸੁੱਟਦੀਆਂ ਨੇ, ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਇਹ ਜਿਹੜੇ ਬੱਚੇ ਨੇ ਇਹ ਤੁਹਾਡੇ ਰਾਹੀਂ ਪਰਮਾਤਮਾ ਨੇ ਸੰਸਾਰ 'ਚ ਭੇਜੇ ਨੇ, ਹੈਨ ਉਹਦੇ। ਉਹ ਕਹਿੰਦੇ ਲਓ ਭਾਈ ਇਹਨਾਂ ਨੂੰ ਸਾਂਭੋ, ਤੁਸੀਂ ਸਾਂਭ ਸੰਭਾਲ ਤੁਹਾਡੀ ਜ਼ਿੰਮੇਵਾਰੀ ਲਾਈ ਹੈ। ਇਸ ਲਈ ਜਿਹੜੀ ਚਿੰਤਾ ਹੈ ਉਹ ਤਾਂ ਪਰਮਾਤਮਾ ਨੂੰ ਹੈ। ਇਹੀ ਕਾਰਨ ਹੈ ਕਿ ਉਹਨੇ ਹਰ ਇੱਕ ਬੱਚੇ ਦਾ ਭਵਿੱਖ ਪਹਿਲੇ ਲਿਖ ਕੇ ਭੇਜਤਾ ਹੈ। ਉਹਦੀ ਕਿਸਮਤ ਪਰਮਾਤਮਾ ਨੇ ਹਰ ਇੱਕ ਬੱਚੇ ਦੀ ਕਿਸਮਤ ਪਹਿਲੇ ਲਿਖਤੀ ਹੈ। ਜੋ ਤੁਹਾਡੇ ਬੱਚਿਆਂ ਦੀ ਕਿਸਮਤ 'ਚ ਲਿਖਿਆ ਇਹਨਾਂ ਨੇ ਉਹੀ ਕੁਛ ਹੀ ਬਣਨਾ। ਤੁਸੀਂ ਜਿਹੜਾ ਮਰਜ਼ੀ ਜ਼ੋਰ ਲਾਣਾ ਲਾ ਲਓ, ਤੁਸੀਂ ਜੋ ਮਰਜ਼ੀ ਜ਼ੋਰ ਲਾ ਲਓ, ਇਹਨਾਂ ਨੇ ਉਹੀ ਕੁਛ ਬਣਨਾ ਜੋ ਇਹ ਲਿਖਾ ਕੇ ਲਿਆਏ ਨੇ। ਜੇ ਇਹਨਾਂ ਦੇ ਭਾਗਾਂ 'ਚ ਵਿੱਦਿਆ ਲਿਖੀ ਹੋਈ ਹੈ, ਭਾਵੇਂ ਮੰਗਤੇ ਦੇ ਘਰ ਕਿਉਂ ਨਾ ਪੈਦਾ ਹੋ ਜਾਣ ਤਾਂ ਵੀ ਪੜ੍ਹ ਜਾਣਗੇ। ਅਤੇ ਜੇ ਨਹੀਂ ਵਿੱਦਿਆ ਲਿਖੀ ਤਾਂ ਫਿਰ ਮਨਿਸਟਰ ਦੇ ਜਵਾਕ ਨੇ ਵੀ ਨਹੀਂ ਪੜ੍ਹਨਾ, ਉਹ ਵੀ ਨਹੀਂ ਪੜ੍ਹਨਾ। ਨਹੀਂ ਪੜ੍ਹਦੇ ਕਈ ਅਮੀਰਾਂ ਦੇ ਬੱਚੇ ਨਹੀਂ ਪੜ੍ਹਦੇ ਕਿਉਂਕਿ ਲਿਖਾ ਕੇ ਨਹੀਂ ਲਏ। ਜਿੰਨਾ ਕੁ ਲਿਖਾ ਕੇ ਲਏ ਉਹਨੇ ਪੜ੍ਹ ਲੈਂਦੇ ਨੇ। ਜਿਹੜਾ ਵਿੱਦਿਆ ਲਿਖਾ ਕੇ ਲਏ ਉਹਨੇ ਤਾਂ ਪੜ੍ਹਨ ਨੂੰ ਕਹਿਣ ਦੀ ਲੋੜ ਨਹੀਂ, ਕਾਕਾ ਤੂੰ ਪੜ੍ਹ, ਹੁਣ ਤਾਂ ਲੱਗਾ ਹੀ ਰਹਿਣਾ ਹੁੰਦਾ ਕਿਉਂਕਿ ਉਹਦੇ ਭਾਗਾਂ 'ਚ ਵਿੱਦਿਆ ਲਿਖੀ ਹੋਈ ਹੈ, ਇਸ ਲਈ ਉਹਨੇ ਲੱਗੇ ਰਹਿਣਾ।
ਹਰ ਬੱਚਾ ਆਪਣੀ ਕਿਸਮਤ ਲਿਖਾ ਕੇ ਲਿਆਇਆ ਹੋਇਆ ਹੈ। ਅਸੀਂ ਤਾਂ ਐਵੇਂ ਵਾਧੂ ਦੀ ਚਿੰਤਾ ਕਰਦੇ ਰਹਿੰਦੇ। ਸਾਡਾ ਕੰਮ ਹੈ ਉਹਨਾਂ ਨੂੰ ਪਾਲਣਾ ਪੋਸ਼ਣਾ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ। ਇੱਛਾਵਾਂ ਦਾ ਠੇਕਾ ਨਹੀਂ ਲੈ ਰੱਖਿਆ ਹੈ ਵੀ ਉਹਨਾਂ ਦੀ ਅਸੀਂ ਇੱਛਾਵਾਂ ਪੂਰੀਆਂ। ਇੱਛਾਵਾਂ ਨਹੀਂ ਕਦੇ ਪੂਰੀਆਂ ਹੋਈਆਂ ਕਿਸੇ ਦੀਆਂ, ਤੁਹਾਡੀਆਂ ਆਪਣੀਆਂ ਹੀ ਨਹੀਂ ਪੂਰੀਆਂ ਹੋਣੀਆਂ ਅਤੇ ਬੱਚਿਆਂ ਦੀ ਕਿੱਥੋਂ ਪੂਰੀਆਂ ਕਰ ਦੋਗੇ। ਉਹਨਾਂ ਦੀ ਲੋੜਾਂ ਪੂਰੀਆਂ ਕਰਨੀਆਂ ਨੇ, ਇਹ ਸਾਡਾ ਫਰਜ਼ ਬਣਦਾ। ਅਤੇ ਉਹਨਾਂ ਦੀ ਲੋੜਾਂ ਤਾਂ ਹੀ ਪੂਰੀਆਂ ਹੋਣਗੀਆਂ ਜੇ ਅਸੀਂ ਦੱਸਣ ਨੂੰ ਦੀ ਕਿਰਤ ਕਰਾਂਗੇ। ਜੇ ਬਾਪ ਕੰਮ ਹੀ ਕੋਈ ਨਹੀਂ ਕਰ ਰਿਹਾ ਤਾਂ ਬੱਚੇ ਦੀ ਲੋੜ ਕਿਵੇਂ ਪੂਰੀ ਹੋਵੇਗੀ। ਬਾਪ ਜੋ ਕਮਾਉਂਦਾ ਚਾਹੇ ਅੱਧੇ ਦੀ ਸ਼ਰਾਬ ਪੀ ਜਾਂਦਾ ਹੈ ਤਾਂ ਪਰਿਵਾਰ ਨੂੰ ਕਿਵੇਂ ਪਾਲੇਗਾ। ਉਹਦੀ ਵੀ ਜ਼ਿੰਮੇਵਾਰੀ ਹੈ ਨਾਲ। ਪਰਮਾਤਮਾ ਕਹਿੰਦੇ ਲੈ ਮੈਂ ਤੈਨੂੰ ਬੱਚੇ ਦਿੱਤੇ, ਇਹਨਾਂ ਨੂੰ ਪਾਲ। ਕਿਸਮਤ ਵੀ ਨਾਲ ਹੀ ਪਰਮਾਤਮਾ ਲਿਖਦੀ ਹੈ। ਇਹ ਆਪਾਂ ਨੂੰ ਮੈਂ ਭੁਲੇਖਾ ਹੁੰਦਾ ਜੇ ਅਸੀਂ ਮਰ ਗਏ ਸਾਡੇ ਬੱਚੇ ਦਾ ਕੀ ਹੋਊਗਾ। ਬੱਚੇ ਤਾਂ ਆਪਣੀ ਕਿਸਮਤ ਲਿਖਾ ਕੇ ਲਿਆਏ ਨੇ। ਪਟਿਆਲਾ ਦੇ ਇੱਕ ਬਹੁਤ ਅਮੀਰ ਬੰਦਾ ਸੀ, ਇੱਕੋ ਇੱਕ ਦਾ ਮੁੰਡਾ, ਉਹ ਜੀ ਅਵਾਰਾਗਰਦ ਹੋ ਗਿਆ। ਉਹ ਕਹਿੰਦਾ ਮੈਂ ਕਰੋੜਾਂ ਪਤੀ ਹਾਂ, ਇਹਨੇ ਸਾਰਾ ਮੇਰਾ ਵਪਾਰ ਜਿਹੜਾ ਮਗਰ ਬਿਜ਼ਨਸ ਹੈ ਚੌਪਟ ਕਰ ਦੇਣਾ ਹੈ। ਨਲਾਇਕ ਹੈ। ਬਾਪ ਕੋ ਸਮਾਂ ਪਾ ਕੇ ਮਰ ਗਏ। ਬੱਚੇ ਨੇ ਐਸਾ ਬਿਜ਼ਨਸ ਚਲਾਇਆ ਮਗਰੋਂ ਬਾਪ ਤੋਂ 2-3 ਗੁਣਾ ਅਮੀਰ ਹੋ ਗਿਆ। ਉਹ ਬਾਪ ਰੋਂਦਾ ਹੀ ਮਰ ਗਿਆ ਵੀ ਇਹਨੇ ਪੱਠਾ ਬਿਠਾ ਦੇਣਾ ਮੇਰੇ ਬਿਜ਼ਨਸ ਦਾ। ਨਲਾਇਕ ਨਿਕਲਿਆ ਹੈ ਇਹ। ਮਨੁੱਖ ਦੀ ਜ਼ਿੰਦਗੀ 'ਚ ਕਦੋਂ ਮੋੜ ਆ ਜਾਣੇ ਕੋਈ ਪਤਾ ਨਹੀਂ। ਚੰਗਾ ਮੰਦਾ ਮੋੜ ਕਦੋਂ ਆ ਜਾਣੇ। ਅੱਜ ਮਨੁੱਖ ਚੰਗਾ ਹੈ, ਕੱਲ੍ਹ ਨੂੰ ਮੰਦਾ ਹੋ ਸਕਦਾ। ਅੱਜ ਮੰਦਾ ਹੈ, ਕੱਲ੍ਹ ਨੂੰ ਚੰਗਾ ਵੀ ਹੋ ਸਕਦਾ। ਅੱਜ ਪੀਣ ਵਾਲੇ ਨੇ, ਕੱਲ੍ਹ ਨੂੰ ਵੈਸ਼ਨੂੰ ਹੋ ਸਕਦੇ ਨੇ। ਅਤੇ ਅੱਜ ਜਿਹੜਾ ਤੁਹਾਨੂੰ ਵੈਸ਼ਨੂੰ ਦਿਸ ਰਿਹਾ ਇਹ ਕਦੇ ਪੀਣ ਵਾਲਾ ਵੀ ਹੋ ਸਕਦਾ ਹੈ। ਜਿਵੇਂ ਪਰਮਾਤਮਾ ਨੇ ਲਿਖਿਆ ਹੈ ਉਸੇ ਤਰ੍ਹਾਂ ਦਾ ਮਨੁੱਖ ਦਾ ਸੁਭਾਅ, ਮਨੁੱਖ ਦੀਆਂ ਆਦਤਾਂ ਉਸ ਤਰ੍ਹਾਂ ਦੀਆਂ ਬਣ ਜਾਂਦੀਆਂ ਹਨ। ਸੋ ਚਿੰਤਾ ਉਸ ਨੂੰ ਹੈ। ਅਸੀਂ ਤਾਂ ਭਜਨ ਬੰਦਗੀ ਕਰਨੀ, ਬਸ ਇੱਕੋ ਚਿੰਤਾ ਕਰਨੀ ਹੈ। ਸਾਨੂੰ ਇੱਕੋ ਚਿੰਤਾ ਰਹਿਣੀ ਚਾਹੀਦੀ ਹੈ ਕਿ ਭਜਨ ਬੰਦਗੀ ਵੱਧ ਤੋਂ ਵੱਧ ਹੋਵੇ। ਜਿੰਨਾ ਚਿਰ ਰੁਜ਼ਗਾਰ ਦਾ ਸਾਧਨ ਨਹੀਂ ਹੈ ਉਨਾ ਚਿਰ ਰੁਜ਼ਗਾਰ ਲਈ ਯਤਨ ਕਰਨਾ ਚਾਹੀਦਾ ਹੈ। ਇਹ ਨਹੀਂ ਕਿ ਭਜਨ ਬੰਦਗੀ ਕਰਦੇ ਰਹੋ ਅਤੇ ਪੜ੍ਹਾਈ ਨਾ ਕਰੋ, ਫਿਰ ਨਹੀਂ ਗੱਲ ਬਣਨੀ ਹੈਗੀ। ਪਹਿਲਾਂ ਰੁਜ਼ਗਾਰ ਦਾ ਪ੍ਰਬੰਧ ਕਰਨਾ। ਇਸ ਲਈ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਅਸੀਂ ਕਹਿੰਦੇ ਕਿ ਤੁਸੀਂ 3 ਬਾਣੀਆਂ ਦਾ ਰੋਜ਼ ਪਾਠ ਕਰ ਲਿਆ ਕਰੋ। ਸਵੇਰੇ ਜਪਜੀ ਸਾਹਿਬ ਦਾ, ਸ਼ਾਮ ਨੂੰ ਰਹਿ ਰਾਸ ਦਾ, ਰਾਤ ਨੂੰ ਸੋਹਲੇ ਸਾਹਿਬ ਦਾ ਪਾਠ। ਤੁਹਾਡੇ ਲਈ ਇੰਨਾ ਹੀ ਬੜਾ। ਹਾਂ, ਜਦੋਂ ਤੁਹਾਨੂੰ ਹੋ ਜਾਣ ਛੁੱਟੀਆਂ ਮਹੀਨੇ 2 ਮਹੀਨੇ ਦੀਆਂ, ਉਦੋਂ ਫਿਰ ਆਪਣਾ ਪੂਰਾ ਨਿਤਨੇਮ ਕਰ ਲਿਆ ਵੀ ਹੁਣ ਛੁੱਟੀਆਂ ਨੇ, ਵਿਹਲੇ ਹਾਂ, ਹੁਣ ਸਾਰੀ ਬਾਣੀ ਪੜ੍ਹ ਲਓ। ਨਹੀਂ ਤਾਂ ਉਹਨਾਂ ਨੇ ਇੰਨਾ ਹੀ ਬੜਾ। ਮੰਨ ਲਓ ਸਵੇਰੇ ਪੇਪਰ ਦੇਣ ਜਾਣਾ, ਜਪਜੀ ਸਾਹਿਬ ਦੇ ਪਾਠ ਲਈ ਵੀ ਟਾਈਮ ਨਹੀਂ ਹੈ। 5 ਵਾਰੀ ਮੂਲ ਮੰਤਰ ਦਾ ਜਾਪ ਕਰਕੇ ਪੇਪਰ ਦੇਣ ਤੁਰ ਜਾਓ। ਪਰਮਾਤਮਾ ਨੂੰ, ਗੁਰੂ ਨੂੰ ਪਤਾ ਹੈ ਕਿ ਅੱਜ ਇਹਦੇ ਕੋਲ ਪਾਠ ਕਰਨ ਨੂੰ ਟਾਈਮ ਨਹੀਂ ਹੈ, ਇਹਦਾ ਪੇਪਰ ਹੈ, ਇਹਨੇ ਪੇਪਰ ਦੀ ਵੀ ਤਿਆਰੀ ਕਰਨੀ ਹੈ, ਉਹਦੇ ਥੋੜ੍ਹਾ ਹੀ ਬਹੁਤ ਹੈ। ਸੋ ਜਦੋਂ ਫਿਰ ਆਪਾਂ ਰੁਜ਼ਗਾਰ 'ਤੇ ਲੱਗ ਜਾਵਾਂਗੇ, ਇੱਕ ਪਾਸੇ ਅਸੀਂ ਨਿਸ਼ਚਿੰਤ ਹੋ ਗਏ ਵੀ ਰੋਟੀ ਪਾਣੀ ਦਾ ਪ੍ਰਬੰਧ ਹੋ ਗਿਆ ਹੈ, ਫਿਰ ਆਪਾਂ ਨੇ ਡਟ ਕੇ ਭਜਨ ਬੰਦਗੀ ਕਰਨੀ ਹੈ। ਫਿਰ ਡਟ ਕੇ ਭਜਨ ਬੰਦਗੀ ਕਰਨੀ ਹੈ। ਫਿਰ ਜਿਹੜਾ ਹੈ ਸਾਰਾ ਕੁਛ ਪਰਮਾਤਮਾ ਦਾ ਸੁੱਟ ਦੇਣਾ ਕਿ ਸੱਚੇ ਪਾਤਸ਼ਾਹ ਹੁਣ ਜੋ ਕਰਨਾ ਤੂੰ ਹੀ ਕਰਨਾ ਹੈ। ਬਸ ਉਹਦੀ ਭਜਨ ਬੰਦਗੀ ਕਰੀ ਜਾਓ, ਉਹ ਆਪੇ ਹੀ ਤੁਹਾਡੀ ਔਲਾਦ ਨੂੰ ਸਮੱਤ ਦੇ ਦੇਗਾ। ਅਸੀਂ ਆਪ ਭਜਨ ਬੰਦਗੀ ਕਰਦੇ ਨਹੀਂ, ਸਾਡੀ ਔਲਾਦ ਅੱਗੋਂ ਕਰਦੇ ਹੀ ਨਹੀਂ, ਉਹ ਫਿਰ ਵਿਗੜ ਜਾਂਦੇ ਨੇ, ਅਵਾਰਾਗਰਦ ਜਿਹੇ ਹੋ ਜਾਂਦੇ ਨੇ। ਮਾਂ ਪਿਓ ਭਜਨ ਬੰਦਗੀ ਕਰਨ, ਉਹਨਾਂ ਨੂੰ ਵੇਖ ਵੇਖ ਕੇ ਬੱਚਾ ਵੀ ਲੱਗਦਾ ਹੈ। ਬੱਚੇ ਕਹਿੰਦੇ ਭਾਈ ਤੈਨੂੰ ਰੋਟੀ ਸਵੇਰ ਦੀ ਤਾਂ ਮਿਲਣੀ ਜਪਜੀ ਸਾਹਿਬ ਦਾ ਪਾਠ ਕਰਨ ਨਹੀਂ ਮਿਲਣੀ। ਪਹਿਲਾਂ ਪਿਆਰ ਨਾਲ ਕਰਾਈ ਚਲੋ, ਫਿਰ ਹੌਲੀ ਹੌਲੀ ਆਦਤ ਪੈ ਜਾਏਗੀ ਉਸ ਨੂੰ ਵੀ ਰਾਤ ਦੀ ਰੋਟੀ ਤਾਂ ਮਿਲਣੀ ਹੈ ਜੇ ਰਹਿ ਰਾਸ ਕਰੇਗਾ ਤਾਂ ਮਿਲਣੀ, ਆਪੇ ਲੱਗ ਜਾਏਗਾ ਹੌਲੀ ਹੌਲੀ ਕਰ। ਪਹਿਲਾਂ ਭਾਵੇਂ ਪੈਸੇ ਦੇ ਕੇ ਕਰਾਉਣਾ ਪਵੇ, ਲਾਲਚ ਦੇ ਦਿਓ। ਲਾਲਚ ਇੱਕ ਐਸੀ ਚੀਜ਼ ਹੈ, ਬੰਦਾ ਲਾਲਚ ਵਸ ਆ ਕੇ ਸਭ ਕੁਛ ਕਰਨ ਨੂੰ ਤਿਆਰ ਹੋ ਜਾਂਦਾ ਹੈ। 10 ਰੁਪਈਏ ਦਿਓ,
ਘਰ 'ਚ ਝਾੜੂ ਫਰਵਾ ਲਓ, ਪੋਚਾ ਫਰਵਾ ਲਓ, ਸ਼ਾਬਾਸ਼ ਹੈ ਵੀ ਸ਼ਾਬਾਸ਼, ਨਾਲੇ ਥਾਪੀ ਦੇ ਦਿਓ, ਨਾਲੇ 10 ਰੁਪਈਏ ਦੇ ਦਿਓ। ਆਪਣੇ 10-10 ਰੁਪਏ ਰੋਜ਼ ਦੇ ਜਾਓ, ਘਰ 'ਚ ਪੋਚਾ ਫਰਵਾ ਲਓ, ਝਾੜੂ ਫਰਵਾ, 300 ਰੁਪਈਏ ਹੀ ਹੈ। ਐਂ ਦੂਜੇ ਨੂੰ ਲੈ ਵੀ ਤੂੰ ਕਾਕਾ 3 ਦਿਨ ਮੈਂ ਕੱਪੜੇ ਧੋਣੇ, ਸ਼ਾਬਾਸ਼ ਹੈ ਬਈ ਹਾਂ ਲੈ ਤੂੰ ਕੱਪੜੇ ਧੋ ਮਸ਼ੀਨ 'ਤੇ ਧੋਣੇ ਨੇ, ਬਸ ਤੂੰ ਸੁੱਕਣੇ ਪਾਈ ਜਾ, 10 ਰੁਪਏ ਉਹਨੂੰ ਦੇ ਕੇ ਥਾਪੜਾ ਦੇ, ਸ਼ਾਬਾਸ਼ ਹੈ ਬਈ। ਇਸ ਤਰ੍ਹਾਂ ਕੀ ਹੋ ਗਿਆ, ਬੱਚੇ ਨੂੰ ਲਾਲਚ ਵਿੱਚ ਆ ਕੇ ਆਦਤ ਪੈ ਜਾਏਗੀ ਕੰਮ ਕਰਨ ਦੀ। ਬਗਾਨਿਆਂ ਨੂੰ ਵੀ ਤਾਂ ਅਸੀਂ ਪੈਸੇ ਦੇ ਕੇ ਹੀ ਕੰਮ ਕਰਾਉਣੇ ਆ। ਤੁਸੀਂ ਜਿਹੜੇ ਨੌਕਰਾਣੀ ਰੱਖਦੇ ਹੋ ਕਿਹੜਾ ਮੁਫਤ ਕੰਮ ਕਰਦੀਆਂ ਨੇ? ਮੁਫਤ ਨਹੀਂ ਨਾ ਕਰਦੀਆਂ। ਫਿਰ ਘਰ ਦੇ ਜੀਆਂ ਵਰਗੀ ਉਹ ਸਫਾਈ ਵੀ ਨਹੀਂ ਕਰਦੀਆਂ। ਉਹ ਘਰ ਦੇ ਜੀਆਂ ਵਰਗੀ ਸਫਾਈ ਨਹੀਂ ਕਰਨਗੀਆਂ, ਕਿਉਂਕਿ ਉਹਨਾਂ ਨੇ ਕਈਆਂ ਘਰਾਂ 'ਚ ਜਾ ਕੇ ਕੰਮ ਕਰਨਾ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਇਸ ਤਰ੍ਹਾਂ ਪ੍ਰੇਰ ਕੇ, ਕੋਈ ਲਾਲਚ ਦੇ ਕੇ ਧਰਮ ਵਾਲੇ ਪਾਸੇ ਲਾਓ, ਕੰਮ ਵਾਲੇ ਪਾਸੇ ਲਾਓ। ਬੱਚੇ ਨੂੰ ਇਹ ਨਾ ਹੋਵੇ ਆਹ ਕੰਮ ਚੰਗਾ ਅਤੇ ਆਹ ਕੰਮ ਮਾੜਾ ਹੈ, ਇਹ ਦਿਮਾਗ 'ਚੋਂ ਨਿਕਲ ਜਾਣੀ ਚਾਹੀਦੀ ਗੱਲ। ਬਾਹਰਲੇ ਮੁਲਕਾਂ ਜਦੋਂ ਬੱਚੇ ਜਾਂਦੇ ਉਹਨਾਂ ਦੇ ਦਿਮਾਗ 'ਚ ਕਦੇ ਵੀ ਨਹੀਂ ਹੁੰਦਾ ਕਿ ਅਸੀਂ ਲੋਕਾਂ ਦੇ ਘਰਾਂ ਦਾ ਜਿਹੜਾ ਕੂੜਾ ਚੁੱਕ ਰਹੇ ਹਾਂ। ਉੱਥੇ ਵੀ ਘਰਾਂ ਦਾ ਕੂੜਾ ਚੁੱਕਦੇ ਨੇ। ਸਭ ਤੋਂ ਵੱਧ ਪੈਸੇ ਮਿਲਦੇ ਕੂੜਾ ਚੁੱਕਣ ਦੇ, ਅਤੇ ਬੜੀ ਲੰਮੀ ਲਾਈਨ ਹੈ ਲਿਖਾਏ ਹੋਏ ਲੋਕਾਂ ਨੇ ਉੱਥੇ ਵੀ ਮੈਨੂੰ ਵੀ ਮਿਲ ਜੇ ਨੌਕਰੀ ਕੂੜਾ ਚੱਕਣ ਦੀ, ਮੈਨੂੰ ਵੀ ਮਿਲ ਜੇ ਨੌਕਰੀ ਕੂੜਾ ਚੱਕਣ ਦੀ। ਅਤੇ ਇੱਥੇ ਕੂੜੇ ਦੀ ਬਾਲਟੀ ਚੱਕ ਕੇ ਉਹ ਜਿਹੜਾ ਗੱਡੀ ਵਾਲੇ ਨੂੰ ਦੇਣ ਨੂੰ ਤਿਆਰ ਨਹੀਂ ਹੈਗਾ। ਕਿਉਂ? ਅਸੀਂ ਆਦਤ ਨਹੀਂ ਪਾਈ ਹੈ। ਬੱਚੇ ਨੂੰ ਆਦਤ ਪਾਈ ਦੀ ਹੈ। ਉਹਦੇ ਦਿਮਾਗ 'ਚ ਕਦੇ ਵੀ ਗੱਲ ਨਹੀਂ ਲੈਣੀ ਚਾਹੀਦੀ ਫਲਾਣਾ ਕੰਮ ਚੰਗਾ ਅਤੇ ਫਲਾਣਾ ਕੰਮ ਮਾੜਾ ਹੈ। ਨਹੀਂ, ਸਾਰੇ ਕੰਮ ਹੀ ਚੰਗੇ ਹੁੰਦੇ ਨੇ। ਆਪਣੇ ਹੀ ਕਰਨਾ, ਕਿਹੜਾ ਕਿਸੇ ਬੇਗਾਨੇ ਦਾ ਕਰਨਾ ਹੈ। ਸੋ ਹੌਲੀ ਹੌਲੀ ਬੱਚੇ ਨੂੰ ਇਸ ਪਾਸੇ ਲਾਈਦਾ ਹੈ ਤਾਂ ਜੋ ਉਹਦੇ ਦਿਮਾਗ ਦੇ ਵਿੱਚ ਚੰਗੇ ਮੰਦੇ ਕੰਮ ਦਾ ਜਿਹੜਾ ਖਿਆਲ ਹੈ ਉਹ ਨਿਕਲ ਜਾਵੇ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਜਿਸ ਪਰਮਾਤਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਉਹੀ ਚਿੰਤਾ ਕਰਦਾ। ਤਿਸ ਜੁਹਾਰੀ, ਜੁਹਾਰੀ ਹੁੰਦਾ ਨਮਸਕਾਰ ਕਰੋ, ਉਸ ਨੂੰ ਨਮਸਕਾਰ ਕਰੋ। ਸਵਸਤ ਤਿਸ, ਉਹਦੀ ਸਿਫਤ ਸਲਾਹ ਕਰੋ। ਤਿਸ ਉਸ ਪਰਮਾਤਮਾ ਦੇ, ਜੁਹਾਰੀ ਉਸ ਪਰਮਾਤਮਾ ਨੂੰ ਨਮਸਕਾਰ ਕਰੋ। ਸਵਸਤ ਤਿਸ, ਉਸ ਦੀ ਸਿਫਤ ਸਲਾਹ ਕਰੋ। ਤਿਸ ਦੀਵਾਨ ਅਭਗ, ਜਿਹਦਾ ਦਰਬਾਰ ਸਦਾ ਰਹਿਣ ਵਾਲਾ ਹੈ। ਅਭਗ ਜਿਹੜਾ ਕਦੇ ਵੀ ਨਾ ਟੁੱਟੇ, ਸਦਾ ਰਹਿਣ ਵਾਲਾ। ਦੀਵਾਨ ਮਨੇ ਦਰਬਾਰ, ਜਿਸ ਦਾ ਦਰਬਾਰ ਸਦਾ ਰਹਿਣ ਵਾਲਾ ਹੈ, ਉਸ ਪਰਮਾਤਮਾ ਨੂੰ ਨਮਸਕਾਰ ਕਰੋ ਅਤੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੋ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਟਿੱਕਾ ਮੱਥੇ ਟਿੱਕਾ ਲਾਉਂਦੇ, ਤਗ ਜਨੇਊ ਨੂੰ ਕਹਿੰਦੇ ਨੇ। ਕਿਸੇ ਨੇ ਮੱਥੇ 'ਤੇ ਟਿੱਕਾ ਵੀ ਲਾ ਰੱਖਿਆ, ਜਨੇਊ ਵੀ ਪਾ ਰੱਖਿਆ, ਪਰ ਜੋ ਨਾਮ ਨਹੀਂ ਜਪਦਾ ਅਤੇ ਨਾ ਟਿੱਕੇ ਦੀ ਕੋਈ ਕੀਮਤ ਅਤੇ ਨਾ ਕੋਈ ਜਨੇਊ ਦੀ ਕੀਮਤ। ਬੰਦਾ 5 ਕਕਾਰੀ ਹੈ, ਨਾ ਪਾਠ ਕਰਦਾ ਨਾ ਸਿਮਰਨ ਕਰਦਾ, ਫਿਰ ਤਾਂ ਕਾਹਦਾ ਵੀ ਉਹ, ਫਿਰ ਉਹ ਕਾਹਦਾ 5 ਕਕਾਰੀ ਹੈ, ਕਾਹਦਾ ਖਾਲਸਾ ਉਹ? ਨਾ ਬਾਣੀ ਪੜ੍ਹਦਾ ਨਾ ਨਾਮ ਜਪਦਾ ਹੈ। ਨਾਮ ਬਾਣੀ ਤੋਂ ਬਿਨਾਂ ਇਸ ਜਿਹੜੀਆਂ ਸਾਰੀਆਂ ਵਿਖਾਵੇ ਦੀ ਚੀਜ਼ਾਂ ਮੰਨੀਆਂ ਜਾਂਦੀਆਂ ਹਨ। ਇਸ ਲਈ ਕਹਿੰਦੇ ਨਾਨਕ ਸੱਚੇ ਨਾਮ ਬਿਨ, ਸੱਚੇ ਨਾਮ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਟਿੱਕੇ, ਇਹ ਤਗ, ਜਨੇਊ ਦੀ ਕੋਈ ਕੀਮਤ ਨਹੀਂ ਹੈ। ਮਹਿਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ। ਲੱਖ ਤਪ ਉਪਰ ਤੀਰਥਾਂ, ਸਹਿਜ ਜੋਗ ਬੇਬਾਨ। ਲੱਖ ਸੂਰਤਨ ਸੰਗਰਾਮ, ਰਣ ਮਹਿ ਛੁਟਹਿ ਪ੍ਰਾਣ। ਲੱਖ ਸੁਰਤੀ, ਤਤਨ ਬਿਆਰੀ ਬਿੰਦੀ। ਲੱਖ ਸੁਰਤੀ, ਲੱਖ ਗਿਆਨ ਧਿਆਨ। ਪੜ੍ਹੀਏ ਪਾਠ ਪੁਰਾਣ, ਜਿਨ ਕਰਤੈ ਕਰਨਾ ਕੀਆ। ਲਿਖਿਆ ਆਵਣ ਜਾਣ, ਨਾਨਕ ਮਤੀ। ਮੰਮੇ ਤੇ ਤਤਨ ਬਿਹਾਰੀ ਬਿੰਦੀ। ਨਾਨਕ ਮਤੀ ਮਿਥਿਆ, ਕਰਮ ਸੱਚਾ ਨੀਸ਼ਾਨ। ਲੱਖ ਨੇਕੀਆਂ ਚੰਗਿਆਈਆਂ, ਕੋਈ ਲੱਖਾਂ ਹੀ ਨੇਕ ਕੰਮ ਕਰੇ,
ਲੱਖਾਂ ਹੀ ਚੰਗਿਆਈਆਂ ਚੰਗੇ ਕੰਮ ਕਰੇ। ਲੱਖ ਪੁੰਨਾ ਪ੍ਰਵਾਨ, ਲੱਖ ਹੀ ਪੁੰਨ ਦੇ ਕਰਮ ਕਰੇ। ਜੋ ਲੋਕ ਬੜਾ ਪੁੰਨ ਦਾਨ ਕਰ ਦੇਵੇ। ਪ੍ਰਵਾਨ ਦਾ ਜਿਸ ਨੂੰ ਲੋਕ ਪ੍ਰਵਾਨ ਕਰਨ। ਲੱਖਾਂ ਹੀ ਕੋਈ ਪੁੰਨ ਕਰੇ, ਲੱਖਾਂ ਚੰਗਿਆਈਆਂ ਕਰੇ, ਲੱਖਾਂ ਨੇਕੀਆਂ ਕਰੇ। ਲੱਖ ਤਪ ਉੱਪਰ ਤੀਰਥ, ਤੀਰਥ ਸਥਾਨਾਂ 'ਤੇ ਜਾ ਕੇ ਲੱਖਾਂ ਹੀ ਤਪ ਕਰੇ। ਕਈ ਧਾਰਮਿਕ ਸਥਾਨਾਂ 'ਤੇ ਜਾ ਕੇ ਤਪ ਕਰਦੇ ਨੇ, ਜਿਵੇਂ ਕਈ ਲੋਕ ਗੁਰਦੁਆਰੇ 'ਚ ਆ ਕੇ ਪਾਠ ਕਰਦੇ ਨੇ। ਗੁਰਦੁਆਰੇ ਜੀ, ਜੇ ਤਾਂ ਉਸ ਵੇਲੇ ਗੁਰਦੁਆਰੇ 'ਚ ਕੋਈ ਪਾਠ ਨਹੀਂ ਹੋ ਰਿਹਾ, ਕੋਈ ਕੀਰਤਨ ਨਹੀਂ ਹੋ ਰਿਹਾ, ਕੋਈ ਕਥਾ ਵਾਰਤਾ ਨਹੀਂ ਹੋ ਰਹੀ, ਫਿਰ ਤਾਂ ਬੈਠ ਕੇ ਪਾਠ ਕਰੋ। ਅਤੇ ਜੇ ਉੱਥੇ ਕੀਰਤਨ ਹੋ ਰਿਹਾ ਅਤੇ ਤੁਸੀਂ ਆਪਣਾ ਗੁਟਕਾ ਖੋਲ੍ਹ ਲਿਆ, ਨਾ ਤੁਹਾਡਾ ਪਾਠ ਗੱਲ ਬਣਨੀ ਅਤੇ ਨਾ ਕੀਰਤਨ ਦੀ ਬਣਨੀ। ਕਦੇ ਕੀਰਤਨ ਤੁਹਾਡੇ ਕੰਨਾਂ 'ਚ ਪੈਣੇ, ਕਦੇ ਪਾਠ ਪੈਣੇ। ਇੱਕੋ ਸਮੇਂ ਇੱਕੋ ਹੀ ਕੰਮ ਕਰੀਦਾ। ਜੇ ਗੁਰਦੁਆਰਾ ਸਾਹਿਬ ਕੀਰਤਨ ਉੱਥੇ ਬੈਠ ਕੇ ਪਾਠ ਨਹੀਂ ਕਰਨਾ, ਕੀਰਤਨ ਸੁਣੋ, ਪਾਠ ਘਰ ਜਾ ਕੇ ਕਰੋ। ਜੇ ਗੁਰਦੁਆਰਾ ਸਾਹਿਬ ਕਥਾ ਹੋ ਰਹੀ ਹੈ, ਉੱਥੇ ਪਾਠ ਨਹੀਂ ਕਰਨਾ, ਵੀ ਆਪਣਾ ਗੁਟਕਾ ਲੈ ਕੇ ਪਾਠ ਲੱਗ ਜਾਓ ਕਰਨ। ਕਥਾ ਹੋ ਰਹੀ ਹੈ, ਕਥਾ ਵਾਰਤਾ ਸੁਣੋ। ਹਾਂ, ਗੁਰਦੁਆਰੇ ਸਾਹਿਬ 'ਚ ਕੁਛ ਨਹੀਂ ਹੋ ਰਿਹਾ, ਉਂਝ ਗੁਰਦੁਆਰਾ ਸਾਹਿਬ ਖੁੱਲ੍ਹਾ, ਫਿਰ ਬੈਠ ਕੇ ਪਾਠ ਕਰੋ, ਜੋ ਮਰਜ਼ੀ ਕਰੋ। ਮੈਂ ਦੇਖਿਆ ਦੂਰੋਂ ਦੂਰੋਂ ਲੋਕ ਹਰਿਮੰਦਰ ਸਾਹਿਬ ਜਾਂਦੇ ਨੇ, ਐਡੇ ਵਧੀਆ ਉੱਥੇ ਕੀਰਤਨੀ ਲੱਗੇ ਹੁੰਦੇ ਨੇ, ਉਹਨਾਂ ਦਾ ਕੀਰਤਨ ਨਹੀਂ ਸੁਣਦੇ, ਉੱਪਰਲੀ ਛੱਤ 'ਤੇ ਜਾ ਕੇ ਬੈਠ ਕੇ ਆਪਣਾ ਪਾਠ ਕਰਦੇ ਰਹਿੰਦੇ ਨੇ। ਵੀ ਦੱਸੋ, ਤੁਸੀਂ ਐਡੇ ਵੱਡੇ ਥਾਂ 'ਤੇ ਆਏ ਹੋ, ਕੀਰਤਨ ਟੌਪ ਦੇ ਬੰਦੇ ਕੀਰਤਨ ਕਰ ਰਹੇ ਨੇ, ਤੁਸੀਂ ਬੈਠ ਕੇ ਕੀਰਤਨ ਸੁਣੋ ਨਾ, ਆਪਣਾ ਪਾਠ ਕਰੀ ਜਾਣਗੇ। ਵੀ ਉਹ ਫਿਰ ਜਿਹੜੇ ਕੀਰਤਨੀਏ ਨੇ, ਉਹਨਾਂ ਨੇ ਕੰਧਾਂ ਨੂੰ ਸੁਣਾਉਣਾ, ਉਹ ਲੋਕਾਂ ਨੂੰ ਸੁਣਾਉਣ ਲਈ ਕੀਰਤਨ ਕਰਦੇ ਨੇ, ਅਤੇ ਲੋਕ ਜਿਹੜੇ ਨੇ ਆਪਣੇ ਗੁਟਕੇ ਲੈ ਕੇ ਬੈਠੇ ਨੇ। ਇੱਕ ਵਾਰੀ ਮੈਂ ਦਿੱਲੀ ਚਲੇ ਗਿਆ, ਬੜੇ ਸਾਲਾਂ ਦੀ ਗੱਲ ਹੈ, ਦਿੱਲੀ ਗਈ ਮੁੱਦਤਾਂ ਹੋ ਗਈਆਂ ਨੇ। ਸੀਸਗੰਜ ਸਾਹਿਬ ਗੁਰਦੁਆਰਾ, ਬਹੁਤ ਵਧੀਆ ਕੀਰਤਨੀਏ ਲੱਗੇ ਨੇ। ਰਾਤ ਉੱਥੇ ਰਹੇ, ਸਵੇਰੇ ਨਹਾ ਧੋ ਕੇ ਅਸੀਂ ਕਿਹਾ ਚਲੋ ਕੀਰਤਨ ਸੁਣਦੇ। ਬੜੇ ਵਧੀਆ ਕੀਰਤਨੀਏ ਲੱਗੇ ਨੇ, ਬੜਾ ਆਨੰਦ ਆ ਰਿਹਾ। ਮੈਂ ਕੀ ਦੇਖਦਾ, ਕਿਆ ਬੀਬੀਆਂ, ਕਿਆ ਭਾਈ ਗੁਟਕੇ ਲੈ ਕੇ ਆਪਣਾ ਆਪਣਾ ਪਾਠ ਕਰ ਰਹੇ ਨੇ, ਕੀਰਤਨ ਕੋਈ ਸੁਣ ਹੀ ਨਹੀਂ ਰਿਹਾ, ਕੀਰਤਨ ਸੁਣ ਹੀ ਨਹੀਂ ਕੋਈ ਰਿਹਾ। ਬਾਅਦ 'ਚ ਮੈਂ ਸੇਵਾਦਾਰਾਂ ਨੂੰ ਪੁੱਛਿਆ ਵੀ ਇਹ ਕੀ ਹੋ ਰਿਹਾ, ਕਹਿੰਦੇ ਜੀ ਇਹ ਨਹੀਂ ਮੰਨਦੇ। ਅਸੀਂ ਇਹਨਾਂ ਨੂੰ ਬੜਾ ਕਿਹਾ, ਭਾਈ ਕੀਰਤਨ ਹੋ ਰਿਹਾ, ਤੁਸੀਂ ਕੀਰਤਨ ਸੁਣੋ, ਪਾਠ ਘਰ ਕਰ ਲਿਆ ਕਰੋ। ਨਾ ਜੀ, ਅਸੀਂ ਕਹਿੰਦੇ ਸਾਰੇ ਗੁਟਕੇ ਅਲਮਾਰੀ 'ਚ ਰੱਖ ਕੇ ਜਦਰਾ ਲਾਤਾ। ਇਹਨਾਂ ਨੇ ਘਰੋਂ ਲਿਆਉਣੇ ਸ਼ੁਰੂ ਕਰਤੇ, ਇਹ ਘਰੋਂ ਲਿਆਉਣੇ ਸ਼ੁਰੂ ਕਰਦੇ। ਇਹ ਕਹਿੰਦੇ ਇਹ ਕੀਰਤਨ ਨਹੀਂ ਸੁਣਦੇ ਜੀ, ਇਹ ਆਪਣਾ ਆਪਣਾ ਪਾਠ ਕਰਦੇ ਨੇ ਬਸ ਇੱਥੇ ਬੈਠ ਕੇ। ਕਹਿਣਾ ਨਹੀਂ ਚਾਹੀਦਾ, ਇਹ ਤਾਂ ਮੈਂ ਸੋਝੀ ਨਹੀਂ ਹੈ। ਕਦੇ ਦੋ ਕੰਮ ਇੱਕ ਸਮੇਂ ਨਹੀਂ ਹੋ ਸਕਦੇ, ਇੱਕ ਸਮੇਂ ਦੋ ਕੰਮ ਨਹੀਂ ਹੋ ਸਕਦੇ। ਅਸੀਂ ਕੋਈ ਲਾਲਾ ਹਰਦਿਆਲ ਨਹੀਂ ਹੈਗੇ ਵੀ ਇੱਕ ਸਮੇਂ ਚਾਰ ਚਾਰ ਕੰਮ ਕਰ ਲਾਂਗੇ। ਹਿੰਦੁਸਤਾਨ ਦਾ ਇੱਕੋ ਇੱਕ ਬੰਦਾ ਲਾਲਾ ਹਰਦਿਆਲ ਹੋਇਆ, ਉਹ ਪੁਰਾਣੇ ਜ਼ਮਾਨੇ ਦਾ MA ਪਾਸ ਸੀ। ਉਹ ਇੱਕੋ ਸਮੇਂ ਚਾਰ ਕੰਮ ਕਰਦਾ ਸੀ, ਗੱਲ ਸੁਣੀ ਵੀ ਜਾਂਦਾ ਸੀ, ਲਿਖੀ ਵੀ ਜਾਂਦਾ ਸੀ, ਅੱਗੇ ਵੀ ਦੱਸੀ ਜਾਂਦਾ ਸੀ, ਕਈ ਕੰਮ ਕਰ ਇੱਕੋ ਸਮੇਂ। ਉਹ ਤਾਂ ਕੋਈ ਵਿਰਲਾ ਟਾਮਾ ਹੁੰਦਾ ਹੈ। ਹੁਣ ਉੱਧਰੋਂ ਕੀਰਤਨ ਹੋ ਰਿਹਾ ਹੈ, ਉਹਦੇ ਤੁਸੀਂ ਆਪਣਾ ਪਾਠ ਕਰੋ, ਸਵਾਲ ਹੀ ਪੈਦਾ ਨਹੀਂ ਤੁਹਾਡੀ ਬਿਰਤੀ ਪਾਠ 'ਚ ਲੱਗੇ। ਕਿਉਂ? ਜੇ ਆਵਾਜ਼ ਬਹੁਤ ਵਧੀਆ ਕੀਰਤਨੀ ਹੈ, ਤੁਹਾਡਾ ਧਿਆਨ ਕੀਰਤਨ ਵੱਲ ਹੋ ਜਾਏਗਾ, ਪਾਠ ਵੀ ਲੰਘ ਜਾਏਗਾ। ਮੂੰਹ ਪਾਠ ਕਰੀ ਜਾਵੇਗਾ, ਕੰਨਾਂ ਨੂੰ ਕੀਰਤਨ ਸੁਣੀ ਜਾਏਗਾ। ਅਤੇ ਨਹੀਂ ਤਾਂ ਫਿਰ ਪਾਠ ਕਦੇ ਪਾਠ ਵੱਲ ਖਿਆਲ, ਕਦੇ ਕੀਰਤਨ ਵੱਲ, ਕਦੇ ਪਾਠ ਵੱਲ, ਕਦੇ ਕੀਰਤਨ ਵੱਲ, ਕੋਈ ਵੀ ਗੱਲ ਨਾ ਬਣੇ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਕੋਈ ਲੱਖਾਂ ਨੇਕੀਆਂ ਕਰੇ, ਲੱਖਾਂ ਚੰਗਿਆਈਆਂ ਕਰੇ, ਲੱਖਾਂ ਪੁੰਨ ਕਰੇ, ਲੱਖਾਂ ਹੀ ਤੀਰਥਾਂ ਦੇ ਜਾ ਕੇ ਤਪ ਕਰੇ। ਸਹਿਜ ਜੋਗ ਬੇਬਾਨ, ਬੇਬਾਨ ਹੁੰਦਾ ਜੰਗਲ, ਬੀਆਬਾਨ ਜਿਹਨੂੰ ਆਪਾਂ ਕਹਿੰਦੇ, ਸੁੰਨਸਾਨ ਜਿੱਥੇ ਜੰਗਲਾਂ ਜਾ ਕੇ ਕੋਈ ਯੋਗ ਸਾਧਨਾ ਕਰੇ। ਲੱਖ ਸੂਰਤਨ, ਸੂਰ ਬਹਾਦਰ ਨੂੰ ਕਹਿੰਦੇ ਨੇ, ਸੂਰਤਨ ਬਹਾਦਰੀ, ਸੰਗਰਾਮ ਲੜਾਈ ਦੇ ਮੈਦਾਨ ਨੂੰ ਕਿ ਯੁੱਧ, ਯੁੱਧ ਦੇ ਵਿੱਚ ਲੱਖਾਂ ਪ੍ਰਕਾਰ ਦੀ ਬਹਾਦਰੀ ਵਿਖਾਈ ਜਾਵੇ।
ਰਣ ਮੈਂ ਛੁਟੈ ਪ੍ਰਾਣ, ਅਤੇ ਲੜਾਈ ਕਰਦਿਆਂ ਕਰਦਿਆਂ ਲੜਾਈ ਦੇ ਮੈਦਾਨ 'ਚ ਹੀ ਭਾਵੇਂ ਸ਼ਹੀਦ ਹੋ ਜਾਏ। ਲੱਖ ਸੁਰਤੀ, ਲੱਖਾਂ ਹੀ ਸੁਰਤ ਜੋੜਨ ਵਾਲੇ ਹੋਣ, ਲੱਖ ਗਿਆਨ ਧਿਆਨ, ਲੱਖਾਂ ਹੀ ਗਿਆਨ ਤੇ ਧਿਆਨ ਦੀਆਂ ਗੱਲਾਂ ਕੀਤੀਆਂ ਜਾਣ। ਪੜ੍ਹੀਏ ਪਾਠ ਪੁਰਾਣ, ਅਤੇ ਪੁਰਾਣਾਂ ਦੇ ਪਾਠ ਕੀਤੇ ਜਾਣ। ਜਿਨ ਕਰਤੈ ਕਰਨਾ ਕੀਆ, ਲਿਖਿਆ ਆਵਣ ਜਾਣ। ਕਹਿ ਤੁਹਾਡਾ ਕੁਛ ਨਹੀਂ ਗੱਲ ਬਣਨੀ। ਜਿਸ ਪਰਮਾਤਮਾ ਨੇ ਸੰਸਾਰ ਬਣਾਇਆ ਨਾ, ਉਹਨੇ ਹੀ ਸਾਡਾ ਜੰਮਣ ਮਰਨ ਲਿਖਿਆ ਹੋਇਆ ਹੈ। ਆਵਣ ਜਾਣ, ਆਵਣ ਮੈਨੇ ਜੰਮਣਾ, ਜਾਣ ਮੈਨੇ ਜਾਣਾ। ਉਹਨੇ ਸਾਡਾ ਜਨਮ ਮਰਨ ਲਿਖਿਆ ਹੋਇਆ ਹੈ। ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ। ਕਰਮ ਦੀ ਬਖਸ਼ਿਸ਼, ਜਿੰਨਾ ਚਿਰ ਪਰਮਾਤਮਾ ਦੀ ਬਖਸ਼ਿਸ਼ ਨਹੀਂ ਨਾ ਹੁੰਦੇ, ਉਹਨਾਂ ਚਿਰ ਜਿੰਨੀਆਂ ਮਰਜ਼ੀ ਮੱਤਾਂ ਦਿੱਤੀਆਂ ਜਾਣ, ਉਹ ਸਭ ਮਿਥਿਆ ਨੇ, ਉਹ ਸਭ ਝੂਠੀਆਂ ਨੇ, ਉਹ ਕਿਸੇ ਕੰਮ ਆਉਣ ਵਾਲੀਆਂ ਨਹੀਂ ਹੈਗੀਆਂ। ਭਾਵ ਉਹ ਕਰਮ ਕਰਨੇ ਚਾਹੀਦੇ ਨੇ ਜਿਨ੍ਹਾਂ ਦੇ ਕਰਨ ਨਾਲ ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ। ਅਤੇ ਪਰਮਾਤਮਾ ਦੀ ਬਖਸ਼ਿਸ਼ ਦੋ ਗੱਲਾਂ 'ਤੇ ਹੁੰਦੀ ਹੈ, ਇੱਕ ਸ਼ੁਭ ਕਰਮ ਕਰਨਾ ਹੈ ਅਤੇ ਇੱਕ ਨਾਮ ਜਪਣਾ। ਜਿਹੜਾ ਬੰਦਾ ਦੋ ਕੰਮ ਕਰਦਾ, ਸ਼ੁਭ ਕਰਮ ਕਰਦਾ ਅਤੇ ਨਾਮ ਜਪਦਾ, ਉਸ 'ਤੇ ਬਖਸ਼ਿਸ਼ ਹੀ ਬਖਸ਼ਿਸ਼ ਹੈ। ਉਹਨੂੰ ਇਹ ਨਹੀਂ ਸੋਚਣਾ ਮੇਰੇ 'ਤੇ ਬਖਸ਼ਿਸ਼ ਹੋਵੇਗੀ, ਨਹੀਂ, ਉਹਦੇ 'ਤੇ ਬਖਸ਼ਿਸ਼ ਹੈ, ਇਸ ਲਈ ਉਹ ਸ਼ੁਭ ਕਰਮ ਕਰ ਰਿਹਾ ਅਤੇ ਨਾਮ ਜਪ ਰਿਹਾ। ਅਗਰ ਉਹਦੀ ਬਖਸ਼ਿਸ਼ ਹੀ ਨਾ ਹੁੰਦੀ, ਨਾ ਇਹਨੇ ਸ਼ੁਭ ਕਰਮ ਕਰਨਾ ਸੀ, ਨਾ ਨਾਮ ਜਪਣਾ ਸੀ। ਉਹਦੀ ਬਖਸ਼ਿਸ਼ ਹੈ। ਆ ਜਿਹੜੇ ਇਸ ਵੇਲੇ ਕਥਾ ਸੁਣ ਰਹੇ ਨੇ, ਉਹਨਾਂ 'ਤੇ ਬਖਸ਼ਿਸ਼ ਹੈ। ਜਿਨ੍ਹਾਂ ਨੇ ਕੱਲ੍ਹ ਨੂੰ YouTube 'ਤੇ ਸੁਣਨੀ, ਉਹਨਾਂ 'ਤੇ ਬਖਸ਼ਿਸ਼ ਹੈ। ਚਲੋ ਇਸ ਵੇਲੇ ਆਪਣੀ ਡਿਊਟੀ ਦੇ ਫੋਰਨ ਕੰਟਰੀਆਂ ਵਾਲੇ ਕਈ ਵਾਰੀ ਹੋਰ ਹੁੰਦਾ, ਮਜਬੂਰੀਆਂ ਹੁੰਦੀਆਂ ਨੇ, ਜੇ ਟਾਈਮ ਲੱਗੇ। ਇਹ ਬਖਸ਼ਿਸ਼ ਤੋਂ ਬਿਨਾਂ ਨਹੀਂ ਹੁੰਦਾ। ਪਰਮਾਤਮਾ ਦੀ ਬਖਸ਼ਿਸ਼ ਹੋਵੇ ਤਾਂ ਹੀ ਇਹ ਗੱਲ ਹੋ ਸਕਦੀ ਹੈ। ਉਹਦੀ ਬਖਸ਼ਿਸ਼ ਹੈ ਤਾਂ ਹੀ ਮੈਂ ਬੋਲ ਰਿਹਾ ਹਾਂ। ਜਿੱਦੇ ਉਹਦੀ ਬਖਸ਼ਿਸ਼ ਨਹੀਂ ਹੋਣੀ, ਢਿੱਲਾ ਮੱਠਾ ਹੋ ਜਾਣਾ ਸਰੀਰ। ਇੱਕ ਦਿਨ ਹੀ ਮੈਨੂੰ ਥੋੜ੍ਹਾ ਜ਼ੁਕਾਮ ਲੱਗਾ ਸੀ, ਮੈਂ ਕਿਹਾ ਕੀ ਫਾਇਦਾ, ਮੈਂ ਸੜੂ ਕਰੀ ਜਾਵਾਂਗਾ, ਉਹ ਵਿੱਚੇ ਰਿਕਾਰਡ 'ਚ ਆ ਜਾਣਾ। ਮੈਂ ਉਹਦੇ ਕਥਾ ਨਹੀਂ ਕੀਤੀ। ਅਗਲੇ ਦਿਨ ਮੈਨੂੰ ਘੱਟ ਤੋਂ 30-40 ਜਿਹੜੇ ਨੇ ਟੈਲੀਫੋਨ ਆ ਗਏ, ਬਾਬਾ ਜੀ ਠੀਕ ਠਾਕ ਹੋ, ਕੱਲ੍ਹ ਕਥਾ ਨਹੀਂ ਕੀਤੀ। ਹਾਂਜੀ ਵੀ ਕੱਲ੍ਹ ਤੁਸੀਂ ਕਥਾ ਨਹੀਂ ਕੀਤੀ, ਠੀਕ ਠਾਕ ਹੋ? ਮੈਂ ਭਾਈ ਠੀਕ ਹਾਂ। ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਉਹ ਫਿਰ ਵਿੱਚ ਉਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਜਦੋਂ ਆਪਾਂ ਸੂੰ ਕਰਦੇ ਹਾਂ, ਤਾਂ ਮੈਂ ਨਹੀਂ ਸੀ ਕੀਤੀ। ਹਾਂਜੀ, ਸੋ ਉਹਦੇ ਨਹੀਂ ਦਾਤੇ ਦੀ ਕਿਰਪਾ ਹੋਈ, ਜ਼ੁਕਾਮ ਲੱਗੇ। ਉਹਦੀ ਕਿਰਪਾ ਹੁੰਦੀ ਹੈ ਤਾਂ ਹੀ ਗਲੇ ਠੀਕ ਰਹਿੰਦੇ ਨੇ, ਤਾਂ ਹੀ ਦਿਮਾਗ ਕੰਮ ਕਰਦੇ ਨੇ, ਤਾਂ ਹੀ ਬੰਦਾ ਤੰਦਰੁਸਤ ਰਹਿੰਦਾ, ਤਾਂ ਹੀ ਬੰਦੇ ਨੂੰ ਵਿਹਲ ਹੁੰਦੀ ਹੈ। ਕਈ ਵਾਰੀ ਉਸ ਵੇਲੇ ਜਿਸ ਵੇਲੇ ਆਪਾਂ ਕਥਾ ਸੁਣਨੀ ਹੁੰਦੀ ਹੈ, ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਜਾਂ ਦੋਸਤ ਆ ਜਾਂਦਾ ਹੈ। ਉਹਦੀ ਕਥਾ 'ਚ ਰੁਚੀ ਕੋਈ ਨਹੀਂ, ਉਹ ਗੱਲਾਂ ਮਾਰਦਾ ਹੈ, ਇਸ ਲਈ ਤੁਹਾਨੂੰ ਫਿਰ ਉਹਦੇ ਨਾਲ ਗੱਲਾਂ ਕਰਨੀਆਂ ਪੈਂਦੀਆਂ। ਉਹਦੇ ਦੀ ਕਥਾ ਤੁਸੀਂ ਸੁਣ ਨਹੀਂ ਸਕਦੇ, ਕਿਉਂਕਿ ਉਹਦੇ ਬਖਸ਼ਿਸ਼ ਨਹੀਂ ਪਰਮਾਤਮਾ ਦੀ ਹੋਈ। ਨਾਨਕ ਮਤੀ ਮਿਥਿਆ, ਮਿਥਿਆ ਮੈਨੇ ਝੂਠੀਆਂ, ਸਭ ਮੱਤਾਂ ਝੂਠੀਆਂ ਨੇ। ਸੱਚਾ ਕੀ ਹੈ? ਕਰਮ, ਪਰਮਾਤਮਾ ਦੀ ਬਖਸ਼ਿਸ਼ ਦਾ ਜਿਹੜਾ ਨਿਸ਼ਾਨ ਹੈ ਨਾ, ਬਸ ਇਹ ਸੱਚਾ ਹੈ। ਭਾਵ ਉਹ ਕੰਮ ਜਿਸ 'ਤੇ ਪਰਮਾਤਮਾ ਦੀ ਬਖਸ਼ਿਸ਼ ਹੋਵੇ, ਅਸਲ ਕੰਮ ਉਹੀ ਹੈ। ਪੌੜੀ। ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇ, ਹੁਣ ਤੇ ਧਿਆਨ ਦੇਣਾ, ਤੂੰ ਆ ਗਿਆ। ਜਦੋਂ ਤੂੰ ਆ ਜਾਏ, ਅੱਗੇ ਜਿਹੜੀ ਕਿਰਿਆ ਹੁੰਦੀ ਹੈ ਉਹ ਨਕ ਰਾਹੀਂ ਬੋਲੀ ਜਾਂਦੀ ਹੈ। ਇਸਨੂੰ ਦੇ ਨਹੀਂ ਬੋਲਾਂਗੇ, ਇਹਨੂੰ ਬੋਲਾਂਗੇ ਦੇ, ਦਿੰਦਾ ਹੈ। ਜਿਸ ਤੂੰ ਦੇ ਤਿਸ ਮਿਲੈ ਸੱਚ, ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਣੀ, ਮਨ ਮੁਖੀ, ਖੱਖੇ ਨੂੰ ਬਿਹਾਰੀ ਬਿੰਦੀ, ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ। ਪੌੜੀ ਹੈ। ਸੱਚਾ ਸਾਹਿਬ ਏਕ ਤੂੰ, ਸਦਾ ਰਹਿਣ ਵਾਲਾ ਮਾਲਕ ਤੂੰ ਸਿਰਫ ਇੱਕੋ ਇੱਕ ਹੈ, ਬਾਕੀ ਤਾਂ ਆਏ ਤੇ ਗਏ।
ਬਾਕੀ ਤੇ ਆਏ ਗਏ। ਸਦਾ ਰਹਿਣ ਵਾਲਾ ਤੂੰ ਇੱਕੋ ਹੈ, ਤੂੰ ਸਾਹਿਬ ਹੈ, ਤੂੰ ਸਭ ਦਾ ਮਾਲਕ ਹੈ। ਜਿਨ ਸੱਚੋ ਸੱਚ ਵਰਤਾਇਆ, ਕਿਉਂਕਿ ਆਪ ਸੱਚ ਹੈ, ਇਸ ਲਈ ਜੋ ਕੁਛ ਵੀ ਉਸਨੇ ਵਰਤਾਇਆ ਉਹ ਵੀ ਸੱਚ ਹੈ। ਝੂਠਾ ਬੰਦਾ ਝੂਠ ਦਾ ਵਰਤਾਵਾ ਕਰਦਾ ਹੈ, ਸੱਚਾ ਬੰਦਾ ਸੱਚ ਦਾ ਵਰਤਾਵਾ ਕਰਦਾ ਹੈ। ਹੁਣ ਪਰਮਾਤਮਾ ਸੱਚ ਹੈ, ਸਦਾ ਰਹਿਣ ਵਾਲਾ ਹੈ, ਇਸ ਲਈ ਜੋ ਵੀ ਉਹਨੇ ਵਰਤਾਇਆ ਉਹ ਵੀ ਸੱਚ ਹੈ। ਜਿਸ ਤੂੰ ਦੇ ਤਿਸ ਮਿਲੇ ਸੱਚ, ਹੇ ਪਰਮਾਤਮਾ ਉਸੇ ਨੂੰ ਸੱਚ ਦੀ ਦਾਤ ਮਿਲਦੀ ਹੈ ਜਿਸ ਨੂੰ ਤੂੰ ਇਹ ਦਾਤ ਦਿੰਦਾ ਹੈ। ਜਿਸ ਤੂੰ ਦੇ, ਜਿਸ ਨੂੰ ਤੂੰ ਦਾਤ ਦਿੰਦਾ ਹੈ, ਤਿਸ ਮਿਲੇ ਸੱਚ, ਉਹਨੂੰ ਹੀ ਸੱਚ ਦੀ ਦਾਤ ਮਿਲਦੀ ਹੈ। ਤਾਂ ਤਿੰਨੀ ਸੱਚ ਕਮਾਇਆ, ਕਿਉਂਕਿ ਉਹਨਾਂ ਨੂੰ ਸੱਚ ਦੇ ਨਾਮ ਦੀ ਦਾਤ ਮਿਲ ਗਈ ਹੈ, ਇਸ ਲਈ ਫਿਰ ਉਹ ਨਾਮ ਦੀ ਕਮਾਈ ਕਰਦੇ ਨੇ। ਪਰਮਾਤਮਾ ਨੇ ਗੁਰੂ ਰਾਹੀਂ ਸਾਨੂੰ ਨਾਮ ਦੀ ਦਾਤ ਦਿੱਤੀ, ਤਾਂ ਹੀ ਫਿਰ ਅਸੀਂ ਨਾਮ ਦੀ ਕਮਾਈ ਕਰ ਰਹੇ ਨਾ। ਉਹ ਦਾਤ ਦਿੰਦਾ ਹੈ, ਫਿਰ ਮਨੁੱਖ ਉਹਦੀ ਕਮਾਈ ਕਰਦਾ ਹੈ। ਤਾਂ ਤਿੰਨੀ ਸੱਚ ਕਮਾਇਆ, ਤਾਂ ਉਹਨਾਂ ਨੇ ਸੱਚ ਦੀ ਕਮਾਈ ਕੀਤੀ, ਨਾਮ ਦੀ ਕਮਾਈ ਕੀਤੀ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਗੁਰੂ ਨੂੰ ਮਿਲਣ ਨਾਲ ਫਿਰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਇਹ ਨਾਮ ਦੀ ਪ੍ਰਾਪਤੀ ਗੁਰੂ ਨੂੰ ਮਿਲਣ ਨਾਲ ਹੀ ਹੁੰਦੀ ਹੈ। ਜੇ ਆਪਣਾ ਗੁਰੂ ਨਾਲ ਮੇਲ ਹੀ ਨਹੀਂ ਹੋਇਆ ਤਾਂ ਆਪਾਂ ਨੂੰ ਗੁਰਮੰਤਰ ਕਿੱਥੋਂ ਮਿਲਣਾ? ਗੁਰਮੰਤਰ ਕਿੱਥੋਂ ਮਿਲ? ਜੇ ਬਹੁਤ ਚੰਗੀ ਕਿਸਮਤ ਹੋਵੇ ਤੇ ਗੁਰੂ ਆ ਕੇ ਮਿਲਦਾ ਹੈ, ਨਹੀਂ ਤੇ ਫਿਰ ਸਿੱਖ ਗੁਰੂ ਨੂੰ ਜਾ ਕੇ ਮਿਲਦਾ ਹੈ। ਮੈਂ ਕਈ ਵਾਰੀ ਸੋਚਦਾ, ਗੁਰੂ ਨਾਨਕ ਦੇ ਸਾਰੇ ਸੰਸਾਰ 'ਚ ਗਏ, ਆਪ ਗਏ, ਭਾਈ ਲਾਲੋ ਦੇ ਘਰ ਆਪ ਗਏ, ਆਪ ਗਏ। ਭਾਈ ਲਾਲੋ ਨਹੀਂ ਪਹਿਲਾਂ ਗੁਰੂ ਨਾਨਕ ਦੇਵ ਜੀ ਕੋਲ ਆਇਆ, ਭਾਈ ਲਾਲੋ ਦੇ ਘਰ ਆਪ ਗਏ। ਇਹਦਾ ਭਾਈ ਲਾਲੋ ਕਿੱਡੇ ਵੱਡੇ ਭਾਗਾਂ ਵਾਲਾ ਹੋਵੇਗਾ ਜਿਹਦੇ ਘਰ ਗੁਰੂ ਨਾਨਕ ਗਏ। ਸੱਜਣ ਠੱਗ ਭਾਵੇਂ ਠੱਗ ਸੀ, ਪਰ ਪਿਛਲੇ ਜਨਮ ਦੀ ਕਿੰਨੀ ਕਮਾਈ ਸੀ ਕਿ ਗੁਰੂ ਨਾਨਕ ਦੇਵ ਜੀ ਆਪ ਚੱਲ ਕੇ ਉਹਦੇ ਕੋਲ ਗਏ। ਦੇਖੋ ਕੌਡਾ ਰਾਖਸ਼ ਹੈ, ਬੰਦੇ ਮਾਰ ਕੇ ਖਾਂਦਾ ਹੈ, ਪਰ ਪਿਛਲੇ ਜਨਮਾਂ ਦੀ ਕਮਾਈ ਹੋਣ ਕਾਰਨ ਗੁਰੂ ਨਾਨਕ ਦੇਵ ਜੀ ਆਪ ਚੱਲ ਕੇ ਉਹਦੇ ਕੋਲੇ ਗਏ। ਇਹ ਲੋਕ ਕਿੱਡੇ ਭਾਗਾਂ ਵਾਲੇ ਸਨ ਹੁਣ, ਜਿਨ੍ਹਾਂ ਕੋਲੇ ਗੁਰੂ ਚੱਲ ਕੇ ਗਏ। ਮੂਲੇ ਖੱਤਰੀ ਕੋਲੇ ਗੁਰੂ ਨਾਨਕ ਦੇਵ ਚੱਲ ਕੇ ਗਏ। ਉਹ ਕਹਿੰਦੇ ਆ ਬਈ ਸਾਡੇ ਨਾਲ ਹੀ ਆ ਜਾ। ਕੁਝ ਦਿਨ ਨਾਲ ਰਿਹਾ, ਕਹਿੰਦਾ ਨਾ ਜੀ ਮੈਂ ਤਾਂ ਦੁਕਾਨਦਾਰੀ ਕਰਨੀ ਹੈ ਜੀ, ਮੈਨੂੰ ਛੁੱਟੀ ਦਿਓ ਜੀ। ਗੁਰੂ ਮਹਾਰਾਜ ਕਹਿੰਦੇ ਤੇਰੀ ਮਰਜ਼ੀ ਹੈ, ਪਈ ਚਲਿਆ ਜਾ ਵਾਪਸ। ਅਗਲੀ ਵਾਰੀ ਗੁਰੂ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਦੇਵ ਜੀ ਆ ਰਹੇ ਨੇ, ਕਿਤੇ ਮੈਨੂੰ ਸੱਚੀ ਨਾਲ ਲੈ ਜਾਣ ਹੈ। ਆ ਪਾਥੀਆਂ ਦਾ ਹੁੰਦਾ ਗੁਹਾਰਾ, ਪਾਥੀਆਂ ਦੇ ਢੇਰ ਲਾ ਕੇ ਨਾ ਕਈ ਵਾਰ ਉਹ ਲਿਪਿਆ ਹੁੰਦਾ ਪਿੰਡਾਂ 'ਚ, ਆਮ ਦੇਖਿਆ ਉਹਨੇ। ਉਹ ਗੁਹਾਰੇ ਦੇ ਵਿੱਚ ਲੁਕ ਗਿਆ ਅਤੇ ਆਪਣੀ ਘਰ ਵਾਲੇ ਨੂੰ ਕਹਿੰਦਾ ਵੀ ਜੇ ਗੁਰੂ ਨਾਨਕ ਦੇਵ ਜੀ ਪੁੱਛਣ ਕਿ ਮੂਲਾ ਕਿੱਥੇ ਹੈ, ਤੂੰ ਕਹਿ ਜੀ ਉਹ ਘਰ ਨਹੀਂ ਹੈ। ਗੁਰੂ ਨਾਨਕ ਦੇਵ ਜੀ ਆ ਕੇ ਦਰਵਾਜ਼ੇ ਕਹਿੰਦੇ ਮੂਲਿਆ ਘਰ ਹੀ ਨਿਕਲੀ। ਮੱਥਾ ਟੇਕਿਆ, ਮਹਾਰਾਜ ਜੀ ਮੂਲਾ ਤਾਂ ਘਰ ਨਹੀਂ ਹੈਗਾ। ਕਹਿੰਦੇ ਅੱਛਾ। ਗੁਰੂ ਮਹਾਰਾਜ ਚਲੇ ਗਏ। ਅਜੇ ਥੋੜ੍ਹੀ ਦੂਰੀ ਗਏ ਨੇ, ਉਹ ਗੁਹਾਰੇ ਦੇ ਵਿੱਚ ਹੈਗਾ ਸੀ ਸੱਪ। ਉਹ ਮੂਲੇ ਨੂੰ ਲੜ ਗਿਆ, ਉਹ ਲੜ ਗਿਆ। ਹੁਣ ਘਰ ਵਾਲੇ ਰੋਂਦੀ ਜਾਂਦੇ ਗੁਰੂ ਮਹਾਰਾਜ ਦੇ ਮਗਰ। ਉਹ ਕਹਿੰਦੇ ਭਾਈ ਤੂੰ ਤੇ ਕਹਿੰਦੇ ਸੀ ਘਰ ਨਹੀਂ ਹੈਗਾ, ਤੂੰ ਤੇ ਕਹਿੰਦੇ ਸੀ ਘਰ ਨਹੀਂ ਹੈਗਾ। ਉਹ ਹੁਣ ਤੇ ਉਹ ਗਿਆ ਮਰ। ਹੁਣ 10ਵੇਂ ਜਾਮੇ 'ਚ ਸਾਡਾ ਤੇ ਉਹਦਾ ਮੇਲ ਹੋਵੇਗਾ। ਉਹ ਹੁਣ ਨਖਿੱਧ ਜੂਨੀਆਂ 'ਚ ਪੈ ਜਾਏਗਾ। 10ਵੇਂ ਜਾਮੇ 'ਚ ਫਿਰ ਅਸੀਂ ਉਹਨੂੰ ਮੁਕਤੀ ਦੇਵਾਂਗੇ। ਅਤੇ 10ਵੇਂ ਜਾਮੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿੱਥੇ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ,
ਉੱਥੋਂ ਅੱਗੇ ਉਹ ਮੂਲਾ ਖੱਤਰੀ ਸਹਿਆ ਬਣ ਕੇ, ਖਰਗੋਸ਼ ਜਿਹਨੂੰ ਕਹਿੰਦੇ ਨੇ, ਉਹ ਖਰਗੋਸ਼ ਹੈ, ਉਹ ਅੱਗੋਂ ਲੰਘਿਆ। ਗੁਰੂ ਮਹਾਰਾਜ ਨੇ ਦੇਖਿਆ 10ਵੇਂ ਪਾਤਸ਼ਾਹ ਨੇ, ਅੱਛਾ ਇਹ ਤਾਂ ਮੂਲਾ ਜਾ ਰਿਹਾ ਹੈ, ਬਈ ਪਹਿਲੇ ਪਾਤਸ਼ਾਹ ਨੇ ਕਿਹਾ ਸੀ 10ਵੇਂ ਜਾਮੇ 'ਚ ਅਸੀਂ ਤੈਨੂੰ ਮੁਕਤ ਕਰਾਂਗੇ। ਗੁਰੂ ਮਹਾਰਾਜ ਮਾਰਿਆ ਤੀਰ, ਖਰਗੋਸ਼ ਮਰ ਗਿਆ। ਸਿੱਖ ਕੋਲ ਬੈਠ ਕੇ, ਮਹਾਰਾਜ ਜੀ ਕਿੰਨਾ ਛੋਟਾ ਜਿਹਾ ਬੱਚਾ ਸੀ, ਤੁਸੀਂ ਇਹਨੂੰ ਮਾਰਤਾ ਹੈ। ਕਹਿੰਦਾ ਤੁਹਾਨੂੰ ਨਹੀਂ ਪਤਾ ਹੈ। ਕਹਿੰਦੇ ਇਹ ਗੁਰੂ ਨਾਨਕ ਦੇਵ ਜੀ ਵੇਲੇ ਦਾ ਮੂਲਾ ਖੱਤਰੀ ਹੈ, ਇਹ ਖਰਗੋਸ਼ ਉਦੋਂ ਦਾ ਹੀ ਬਣਿਆ ਹੋਇਆ ਹੈ। ਹੁਣ ਅਸੀਂ ਇਹਨੂੰ ਮੁਕਤ ਕਰਤਾ, ਕਿਉਂਕਿ ਗੁਰੂ ਨਾਨਕ ਦੇਵ ਨੇ ਦਰਸ਼ਨ ਕੀਤੇ ਸਨ, ਇਹਨੂੰ ਮੁਕਤ ਦੇ ਕਰਨਾ ਹੀ ਸੀ ਨਾ। ਕਹਿੰਦਾ ਅਸੀਂ ਇਹਨੂੰ ਆਵਾਗਮਨ ਦੇ ਚੱਕਰ ਤੋਂ ਮੁਕਤ ਕਰ ਦਿੱਤਾ ਹੈ। ਸੋ ਇਹ ਗੁਰੂ ਨੂੰ ਮਿਲਣ ਕਰਕੇ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜੇ ਗੁਰੂ ਨਾਲ ਮੇਲ ਹੀ ਨਹੀਂ ਹੋਇਆ ਤੇ ਨਾਮ ਕਿੱਥੋਂ ਮਿਲਣਾ, ਤੇ ਜਪਣਾ ਕਿੱਥੇ ਹੈ, ਜਪਣਾ ਕਿੱਥੋਂ। ਇੱਕ ਸੁਣੇ ਸੁਣਿਆ ਨਾਮ ਹੁੰਦਾ, ਉਹਦੇ ਮਗਰ ਤਾਕਤ ਨਹੀਂ ਹੁੰਦੀ। ਜਦੋਂ ਗੁਰੂ ਉਹੀ ਨਾਮ ਦਿੰਦਾ ਨਾ, ਫਿਰ ਗੁਰੂ ਮਹਾਰਾਜ ਨਾਲ ਤਾਕਤ ਵਰਤਦੀ ਹੈ, ਗੁਰੂ ਮਹਾਰਾਜ ਨਾਲ ਤਾਕਤ ਵਰਤਦੀ ਹੈ। ਗੁਰਮੰਤਰ ਦੀ ਆਪਣੀ ਤਾਕਤ ਹੈ, ਅਤੇ ਗੁਰੂ ਮਹਾਰਾਜ ਨੇ ਦਿੱਤਾ ਗੁਰਮੰਤਰ, ਅਤੇ ਫਿਰ ਉਹ ਗੁਰਮੰਤਰ ਕਿਤਨਾ ਸ਼ਕਤੀਸ਼ਾਲੀ ਹੋ ਜਾਏਗਾ, ਤੁਸੀਂ ਆਪ ਅੰਦਾਜ਼ਾ ਲਾ ਲਓ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਮਿਲਿਆ ਸੱਚ ਪਾਇਆ। ਗੁਰੂ ਨੂੰ ਮਿਲ ਕੇ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ। ਜਿਨ ਕੈ ਹਿਰਦੈ ਸੱਚ ਵਸਾਇਆ, ਕਿਹਨਾਂ ਨੂੰ ਪ੍ਰਾਪਤੀ ਹੁੰਦੀ ਹੈ? ਜਿਨ੍ਹਾਂ ਦੇ ਹਿਰਦੇ 'ਚ ਪ੍ਰਮਾਤਮਾ ਇਹ ਨਾਮ ਵਸਾ ਦਿੰਦਾ ਹੈ। ਮੂਰਖ ਸੱਚ ਨਾ ਜਾਣਨੀ, ਮੂਰਖਾਂ ਨੂੰ ਸੱਚ ਦਾ ਨਾਮ ਦਾ ਗਿਆਨ ਹੀ ਨਹੀਂ ਹੈਗਾ। ਉਹਨਾਂ ਨੂੰ ਕਹੀ ਜਾਓ, ਉਹ ਪਰਵਾਹ ਹੀ ਨਹੀਂ ਕਰਦੇ ਤੁਹਾਡੀ ਗੱਲ ਦੀ। ਮੂਰਖਾਂ ਨੂੰ ਕਹੇ ਜੇ ਭਾਈ ਸਤਸੰਗ ਕਰ ਲਿਆ ਕਰੋ, ਕੋਈ ਬਾਣੀ ਪੜ੍ਹ ਲਿਆ ਕਰੋ, ਨਾ ਕਹਿੰਦੇ ਇਹ ਤਾਂ ਵੇਲੜਾਂ ਦੇ ਕੰਮ ਨੇ। ਕਹਿੰਦੇ ਇਹ ਤਾਂ ਵੇਲੜਾਂ ਦੇ ਕੰਮ ਨੇ, ਅਸੀਂ ਕਹਿੰਦੇ ਕੰਮ ਕਰਨਾ। ਤਾਸ਼ ਖੇਡੀ ਜਾਣਗੇ, ਤਾਂ ਮੈਂ ਦੇਖੇ ਕਿੰਨੇ ਹੀ ਬੁੱਢੇ ਸ਼ਾਮ ਨੂੰ ਤਾਸ਼ ਖੇਡ ਰਹੇ ਹੁੰਦੇ ਨੇ, ਕਿਸੇ ਗੁਰਦੁਆਰੇ ਜਾ ਕੇ ਕਥਾ ਨਹੀਂ ਸੁਣ ਰਹੇ ਹੁੰਦੇ, ਤਾਸ਼ ਖੇਡ ਰਹੇ। ਦੁਪਹਿਰੇ ਵੀ ਤਾਸ਼ ਖੇਡ ਰਹੇ ਨੇ। ਵੀ ਕੋਈ ਭਜਨ ਬੰਦਗੀ ਕਰ ਲਓ, ਕੋਈ ਜੀਵਨ ਲੇਖੇ ਲੱਗੇ, ਸਮਾਂ ਵਧੀਆ ਨਿਕਲੇ, ਪਰਿਵਾਰ ਦਾ ਵੀ ਭਲਾ ਹੋ ਜਾਏ। ਪਰਿਵਾਰ 'ਚ ਇੱਕ ਬੰਦਾ ਵੀ ਨਾਮ ਜਪਣ ਵਾਲਾ, ਸਾਰੇ ਪਰਿਵਾਰ ਦਾ ਭਲਾ ਹੋ ਜਾਂਦਾ ਹੈ। ਜੇ ਬਾਪ ਹੀ ਨਾਸਤਕ ਹੈ ਤਾਂ ਅੱਗੇ ਬੱਚਿਆਂ ਤੋਂ ਤੁਸੀਂ ਕੀ ਉਮੀਦ ਕਰ ਸਕਦੇ ਹੋ? ਕੋਈ ਬੱਚਾ ਆਪਣੇ ਪਿਛਲੇ ਜਨਮਾਂ ਦੇ ਕਰਮਾਂ ਕਾਰਨ ਹੀ ਆਸਤਕ ਹੋ ਨਿਕਲ ਆਵੇ, ਉਹ ਗੱਲ ਵੱਖਰੀ ਹੈ, ਕਿਉਂਕਿ ਹਰ ਬੱਚਾ ਆਪਣੇ ਕਰਮ ਲੈ ਕੇ ਆਇਆ ਹੈ। ਕਈ ਮੈਂ ਦੇਖਿਆ ਮਾਂ ਪਿਓ ਨਾਸਤਕ ਨੇ, ਬੱਚਾ ਕਈ ਵਾਰੀ ਬਹੁਤ ਭਜਨ ਬੰਦਗੀ ਕਰਨ ਵਾਲਾ ਪੈਦਾ ਹੋ ਜਾਂਦਾ ਹੈ। ਕਈ ਵਾਰੀ ਮਾਂ ਪਿਓ ਭਜਨ ਬੰਦਗੀ ਕਰਨ ਵਾਲੇ ਨੇ, ਬੱਚਾ ਕੋਈ ਨਾ ਕੋਈ ਉਹਨਾਂ ਦੇ ਘਰ ਨਾਸਤਕ ਪੈਦਾ ਹੋ ਜਾਂਦਾ ਹੈ। ਕਿਉਂ? ਮਾਂ ਪਿਓ ਨੇ ਆਪਣੇ ਕਰਮ ਕੀਤੇ ਨੇ, ਬੱਚੇ ਨੇ ਆਪਣੇ ਕਰਮ ਕੀਤੇ ਨੇ, ਉਹ ਕਰਮ ਨਾਲ ਆਉਂਦੇ ਨੇ। ਕਰਮ ਹੀ ਮਨੁੱਖ ਨੂੰ ਆਸਤਕ ਅਤੇ ਨਾਸਤਕ ਬਣਾਉਂਦੇ ਹਨ। ਜੇ ਆਸਤਕ ਹੈ ਤਾਂ ਉਹਦਾ ਮੇਲ ਫਿਰ ਪਰਮਾਤਮਾ ਗੁਰੂ ਨਾਲ ਕਰਾਂਦਾ ਹੈ। ਜਿਹੜੇ ਮੂਰਖ ਨੇ, ਮੂਰਖ ਸੱਚ ਨਾ ਜਾਣਨੀ, ਮੂਰਖਾਂ ਨੂੰ ਸੱਚ ਦਾ ਗਿਆਨ ਹੀ ਨਹੀਂ ਹੈਗਾ। ਮਨਮੁਖੀ ਜਨਮ ਗਵਾਏ, ਇਹਨਾਂ ਮਨਮੁਖਾਂ ਨੇ ਆਪਣਾ ਜਨਮ ਹੀ ਗਵਾ ਲਿਆ। ਆਏ ਸਨ ਭਜਨ ਬੰਦਗੀ ਕਰਨ ਲਈ, ਪਰ ਮੂਰਖ ਸਨ, ਮਨਮੁਖ ਸਨ, ਭਜਨ ਬੰਦਗੀ ਕੀਤੀ ਨਾ, ਮਨੁੱਖਾ ਜੀਵਨ ਐਵੇਂ ਹੀ ਗਵਾ ਕੇ ਚਲੇ ਗਏ। ਤਾਂ ਹੀ ਗੁਰਬਾਣੀ ਵਾਰੀ ਵਾਰੀ ਜਾ ਕੋ ਆਏ ਸੋਈ ਬਿਹਾਜੋ, ਜਿਸ ਲਈ ਆਏ ਨਾ ਉਹੀ ਖਰੀਦੋ। ਬਿਹਾਜੋ ਦੇ ਦੋ ਅਰਥ ਹੁੰਦੇ, ਇੱਕ ਹੁੰਦਾ ਖਰੀਦਣਾ, ਇੱਕ ਹੁੰਦਾ ਇਕੱਠਾ ਕਰਨਾ। ਜਾ ਕੋ ਆਏ ਸੋਈ ਬਿਹਾਜੋ, ਜਿਸ ਲਈ ਆਇਓ ਉਹੀ ਖਰੀਦੋ। ਅਸੀਂ ਨਾਮ ਖਰੀਦਣ ਆਏ ਹਾਂ। ਜਾ ਕੋ ਆਏ ਸੋਈ ਬਿਹਾਜੋ, ਜਿਸ ਲਈ ਆਇਓ ਉਹੀ ਇਕੱਠਾ ਕਰੋ। ਅਸੀਂ ਨਾਮ ਧਨ ਇਕੱਠਾ ਕਰਨ ਆਏ ਹਾਂ, ਨਾਮ ਧਨ ਇਕੱਠਾ ਕਰਨਾ, ਕਿਉਂਕਿ ਨਾਮ ਧਨ ਨੇ ਲੋਕ ਅਤੇ ਪਰਲੋਕ ਦੋਨਾਂ 'ਚ ਕੰਮ ਆਉਣਾ। ਸੰਸਾਰਕ ਧਨ ਸਿਰਫ ਲੋਕ 'ਚ ਕੰਮ ਆਉਂਦਾ, ਪਰਲੋਕ 'ਚ ਨਹੀਂ ਆਉਂਦਾ, ਇਹ ਨਾਲ ਹੀ ਨਹੀਂ ਜਾਂਦਾ। ਸੰਸਾਰ ਦੀ ਕੋਈ ਵੀ ਚੀਜ਼ ਤੁਹਾਡੇ ਨਾਲ ਨਹੀਂ ਜਾਵੇਗੀ, ਸਿਰਫ ਤੁਹਾਡੇ ਕਰਮ ਤੁਹਾਡੇ ਨਾਲ ਜਾਣਗੇ। ਚੰਗੇ ਮੰਦੇ ਜੋ ਕਰਮ ਕੀਤੇ ਨੇ, ਇਹ ਨਾਲ ਮਨੁੱਖ ਦੇ ਜਾਂਦੇ ਨੇ।
ਇਹਨਾਂ ਕਰਮਾਂ ਅਨੁਸਾਰ ਹੀ ਉਹਨੂੰ ਅੱਗੇ ਸਜ਼ਾ ਜਾਂ ਸ਼ਾਬਾਸ਼ੀ ਮਿਲਦੀ ਹੈ। ਇਹਨਾਂ ਕਰਮਾਂ ਅਨੁਸਾਰ ਹੀ ਫਿਰ ਉਹਨੂੰ ਅਗਲਾ ਜੀਵਨ ਮਿਲਦਾ ਹੈ। ਸ਼ੁਭ ਕਰਮ ਕੀਤੇ ਨੇ, ਨਾਮ ਜਪਿਆ, ਅਗਲਾ ਜੀਵਨ ਵੀ ਵਧੀਆ ਮਿਲ ਜਾਏਗਾ, ਅਮੀਰੀ ਜੀਵਨ ਮਿਲੇਗਾ, ਭਜਨ ਬੰਦਗੀ ਵਾਲਾ ਜੀਵਨ ਮਿਲੇਗਾ, ਮੌਜ ਕਰੇਗਾ, ਨਾਲੇ ਅਮੀਰੀ ਮਿਲੀ, ਨਾਲੇ ਭਜਨ ਬੰਦਗੀ ਕਰਦਾ ਹੈ। ਦੋਨੋਂ ਗੁਣ ਹੋਣੇ ਚਾਹੀਦੇ। ਜੇ ਪਰਮਾਤਮਾ ਨੇ ਅਮੀਰੀ ਦਿੱਤੀ ਹੈ, ਭਜਨ ਬੰਦਗੀ ਜ਼ਰੂਰ ਕਰਨੀ ਚਾਹੀਦੀ। ਅਸੀਂ ਹਉਮੈ 'ਚ ਆ ਜਾਂਦੇ ਹਾਂ, ਮੈਂ ਠੱਗੀਆਂ ਕਰ ਕਰਕੇ ਪੈਸੇ ਇਕੱਠੇ ਕੀਤੇ ਨੇ, ਮੈਂ ਰਿਸ਼ਵਤਾਂ ਲੈ ਲੈ ਕੇ ਪੈਸੇ ਇਕੱਠੇ ਕੀਤੇ ਨੇ, ਮੈਂ ਕਮਿਸ਼ਨਾਂ ਲੈ ਕੇ ਪੈਸੇ ਇਕੱਠੇ ਕੀਤੇ ਨੇ, ਮੈਨੂੰ ਰੱਬ ਨੇ ਥੋੜ੍ਹੇ ਦਿੱਤੇ ਨੇ। ਮਨੁੱਖ ਹੈ ਸੋਚਦਾ, ਇਸ ਲਈ ਧੰਨਵਾਦ ਨਹੀਂ ਕਰਦਾ। ਉਹਦੀ ਪਤਾ ਲੱਗਦਾ ਫਿਰ ਜਦੋਂ ਫੜਿਆ ਜਾਂਦਾ ਹੈ। ਜਦੋਂ ਫੜਿਆ ਜਾਂਦਾ ਉਹ ਤੋਂ ਪਹਿਲੇ ਭੱਜ ਪੁੱਜ ਜਾਂਦਾ ਘਰੋਂ। ਫਿਰ ਜਿਹੜਾ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਭੱਜਿਆ ਫਿਰਦਾ ਵੀ ਕਿਸੇ ਤਰ੍ਹਾਂ ਜ਼ਮਾਨਤ ਹੋ ਜਾਏ, ਪੁਲਿਸ ਮੇਰਾ ਕੁਟਾਪਾ ਨਾ ਕਰੇ, ਭੱਜਿਆ ਫਿਰਦਾ। ਜਦੋਂ ਪੁੱਠੇ ਕੰਮ ਕਰਨੇ ਨੇ ਉਦੋਂ ਕੋਈ ਡਰ ਨਹੀਂ ਹੈ। ਆਪਣਾ ਰਾਜ ਹੈ ਜੀ, ਆਪਾਂ ਅਫਸਰ ਹਾਂ ਜੀ, ਸਾਨੂੰ ਕਿੰਨੇ ਪੁੱਛਣਾ ਜੀ, ਸਾਨੂੰ ਪੁੱਛਣ ਵਾਲਾ ਕੌਣ ਹੈ ਜੀ। ਉਹ ਪੁੱਛਣ ਵਾਲੇ ਵੀ ਆ ਜਾਂਦੇ ਨੇ। ਇਸ ਭੁਲੇਖੇ 'ਚ ਨਹੀਂ ਰਹਿਣਾ। ਸਹੀ ਕਰਮ ਕਰਨੇ ਨੇ, ਨਾਮ ਜਪਣੇ, ਬਸ ਦੋ ਗੱਲਾਂ ਯਾਦ ਰੱਖਣੀ। ਧਰਮ ਦਾ ਤੱਤ ਸਾਰ ਹੈ, ਸ਼ੁਭ ਕਰਮ ਕਰੋ, ਨਾਮ ਜਪੋ, ਬਸ ਇਹ ਤੱਤ ਸਾਰ ਹੈ। ਤੱਤ ਸਾਰ ਨੂੰ ਯਾਦ ਰੱਖਣਾ। ਸਤਿਗੁਰ ਬਿਲੈ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਗੁਰੂ ਨੇ ਹਿਰਦੇ 'ਚ ਸੱਚ ਵਸਾ ਦਿੱਤਾ, ਇਸ ਲਈ ਹੁਣ ਸੱਚ ਦੀ ਪ੍ਰਾਪਤੀ ਹੋ ਗਈ ਹੈ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਮੂਰਖ ਨੇ, ਇਹਨਾਂ ਨੂੰ ਸੱਚ ਦੀ ਕੀਮਤ ਦਾ ਹੀ ਨਹੀਂ ਪਤਾ। ਇਹ ਮਨਮੁਖ ਰਹਿ ਕੇ ਹੀ ਮਨੁੱਖਾ ਜੀਵਨ ਗੁਆ ਲੈਂਦੇ ਹਨ। ਵਿੱਚ ਦੁਨੀਆ ਕਾਹੇ ਆਇਆ, ਹੈ ਮਨਮੁਖਾ ਤੂੰ ਕਾਹਦੇ ਲਈ ਸੰਸਾਰ 'ਚ ਆਇਆ, ਤੇਰਾ ਆਉਣਾ ਵਿਅਰਥ ਗਿਆ ਹੈ। ਇਹਨਾਂ ਮਨਮੁਖਾਂ ਦਾ ਸੰਸਾਰ 'ਚ ਆਉਣਾ ਧਰਮ ਅਨੁਸਾਰ ਵਿਅਰਥ ਹੈ। ਇਹ ਜੈਸੇ ਆਏ ਜੈਸੇ ਨਾ ਆਏ। ਕਿਉਂਕਿ ਜਿੰਨਾ ਚਿਰ ਅਸੀਂ ਕਥਾ ਵਾਰਤਾ ਨਹੀਂ ਸੁਣਦੇ, ਸਾਨੂੰ ਗਿਆਨ ਹੀ ਨਹੀਂ ਹੁੰਦਾ। ਕਥਾ ਵਾਰਤਾ ਸੁਣਾਂਗੇ, ਗਿਆਨ ਹੋਏਗਾ। ਪਾਠ ਕਰਨ ਨਾਲ ਵੀ ਕਈ ਵਾਰੀ ਗਿਆਨ ਨਹੀਂ ਹੁੰਦੀ, ਪਾਠ ਸਮਝ ਨਹੀਂ ਆਉਂਦਾ। ਪਾਠ ਕੀਤਾ ਸਮਝ ਨਹੀਂ ਆ ਰਿਹਾ, ਫਿਰ ਜੀਵਨ ਕਿਵੇਂ ਬਦਲੇਗਾ? ਜੀਵਨ ਤੇ ਤਾਂ ਬਦਲੇਗਾ ਜੋ ਤੁਸੀਂ ਪੜ੍ਹ ਰਹੇ ਹੋ ਉਹਦੀ ਤੁਹਾਨੂੰ ਸਮਝ ਆ ਰਹੀ ਹੈ, ਫੇਰ ਹੀ ਕੋਈ ਗੱਲ ਅਸਰ ਕਰੇਗੀ ਨਾ ਮਨ 'ਤੇ। ਜੇ ਹੁਣ ਸਮਝ ਹੀ ਨਹੀਂ ਆ ਰਿਹਾ ਤਾਂ ਅਸਰ ਵੀ ਕੋਈ ਨਹੀਂ ਹੋਵੇਗਾ। ਇਹ ਕਥਾ ਵਾਰਤਾ ਇਸੇ ਲਈ ਚੱਲੀ ਹੈ ਕਿ ਸਾਨੂੰ ਬਾਣੀ ਦੀ ਸਮਝ ਆ ਜਾਏ, ਬਈ ਗੁਰੂ ਮਹਾਰਾਜ ਕੀ ਕਹਿੰਦੇ ਨੇ, ਸਾਡੇ ਤੋਂ ਕੀ ਉਮੀਦ ਕਰਦੇ ਨੇ, ਗੁਰੂ ਮਹਾਰਾਜ ਕੀ ਚਾਹੁੰਦੇ ਨੇ, ਅਸੀਂ ਕੀ ਕਰਦੇ ਹਾਂ। ਇਹ ਫਰਕ ਪਤਾ ਹੋਣਾ ਚਾਹੀਦਾ ਹੈ। ਜਦੋਂ ਫਰਕ ਪਤਾ ਲੱਗ ਜਾਏਗਾ ਫਿਰ ਬੰਦਾ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦੇਗਾ। ਨਹੀਂ ਤੇ ਕਹਿੰਦੇ ਵਿੱਚ ਦੁਨੀਆ ਕਾਹੇ ਆਏ, ਕਾਹਦੇ ਲਈ ਕਿ ਤੂੰ ਸੰਸਾਰ 'ਚ ਆਇਆ, ਮਨਮੁਖ ਰਹਿ ਕੇ ਤੂੰ ਜਨਮ ਗਵਾ ਦਿੱਤਾ ਆਪਣਾ। ਸ਼ਲੋਕ ਮਹਿਲਾ ਪਹਿਲਾ। ਆਵਾਜ਼ ਜ਼ਿਆਦਾ ਤੇਜ਼ ਹੈ। ਪੜ੍ਹ ਪੜ੍ਹ ਗੱਡੀ, ਇਹ ਗੱਡੀ ਇੱਕ ਵਚਨ ਹੁੰਦਾ, ਇੱਕ ਹੁੰਦਾ ਗੱਡਾ, ਇੱਕ ਹੁੰਦੀ ਗੱਡੀ। ਜਦੋਂ ਰੇਲਾਂ ਨਹੀਂ ਸਨ, ਛੋਟੇ ਗੱਡੇ ਨੂੰ ਗੱਡੀ ਕਹਿੰਦੇ ਹੁੰਦੇ ਸੀ। ਹੁਣ ਰੇਲਾਂ ਨੂੰ ਵੀ ਗੱਡੀ ਕਹਿੰਦੇ ਨੇ। ਮਾਲ ਗੱਡੀ ਹੈ, ਇਹ ਚੜ੍ਹਾਊ ਸਵਾਰੀ ਗੱਡੀ ਹੈ। ਇੱਥੇ ਉਹ ਪੁਰਾਣ ਉਸ ਵੇਲੇ ਗੁਰੂ ਮਹਾਰਾਜ ਵੇਲੇ ਇਹ ਰੇਲਾਂ ਨਹੀਂ ਸਨ ਹੁੰਦੀਆਂ, ਇਸ ਲਈ ਗੱਡੇ ਹੁੰਦੇ ਸਨ ਜਾਂ ਛੋਟੀਆਂ ਗੱਡੀਆਂ ਹੁੰਦੀਆਂ ਸਨ। ਥੋੜ੍ਹਾ ਸਮਾਨ ਖਿੱਚ ਲਿਆਉਣਾ, ਥੋੜ੍ਹੇ ਸਮਾਨ ਲਈ ਛੋਟਾ ਗੱਡਾ, ਉਹਨੂੰ ਗੱਡੀ ਕਹਿੰਦੇ ਸੀ। ਜ਼ਿਆਦਾ ਸਮਾਨ ਲਿਆਉਣਾ, ਵੱਡਾ ਗੱਡਾ। ਪੜ੍ਹ ਪੜ੍ਹ ਗੱਡੀ, ਡੱਡੇ ਨੂੰ ਬਿਹਾਰੀ, ਬਿੰਦੀ ਗੱਡੀ, ਬਹੁਵਚਨ ਹੋ ਗਿਆ। ਹੁਣ ਜਦੋਂ ਇੱਕ ਵਚਨ ਤੋਂ ਗੁਰਬਾਣੀ 'ਚ ਬਹੁਵਚਨ ਬਣਾਉਂਦੇ ਨਾ, ਫਿਰ ਬਿਹਾਰੀ ਦੇ ਨਾਲ ਬਿੰਦੀ ਲਾ ਦੇ। ਜਿਵੇਂ ਉੱਤੇ ਮਨਮੁਖੀ, ਮਨਮੁਖੀ ਬਿੰਦੀ ਲਾ ਕੇ ਬਹੁਵਚਨ ਹੋ ਗਿਆ ਮਨਮੁਖ। ਇਸੇ ਗੱਡੀ, ਗੱਡੀਆਂ। ਪੜ੍ਹ ਪੜ੍ਹ ਗੱਡੀ ਲੱਦੀਆਂ। ਹੁਣ ਗੱਡੀਆਂ ਬਹੁਤੀਆਂ ਨੇ, ਇਸ ਲਈ ਲੱਦੀਆਂ ਇਹ ਬਹੁਵਚਨ ਹੋਏਗਾ।
ਬਹੁਵਚਨ ਕਿਰਿਆਵਾਂ ਜਿਹੜੀਆਂ ਹੁੰਦੀਆਂ ਇਹ ਨੱਕ ਰਾਹੀਂ ਬੋਲੀਆਂ ਜਾਂਦੀਆਂ। ਲੱਦੀਐ ਨਹੀਂ ਪੜ੍ਹਿਆ ਜਾਏਗਾ, ਲੱਦੀਐ ਇੱਕ ਵਚਨ ਹੁੰਦਾ ਹੈ। ਗੱਡੀ ਗੱਡੀਆਂ ਬਹੁਵਚਨ, ਇਸ ਲਈ ਲੱਦੀਆਂ। ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜ, ਪੜ੍ਹੀਏ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਪੜ੍ਹ ਪੜ੍ਹ ਗੱਡੀ ਲੱਦੀਆਂ, ਕਿਤਾਬਾਂ ਪੜ੍ਹ ਪੜ੍ਹ ਕੇ ਕਹਿੰਦੇ ਗੱਡੀਆਂ ਭਰ ਲਈਆਂ, ਇੰਨੀਆਂ ਕਿਤਾਬਾਂ ਪੜ੍ਹੀਆਂ ਗੱਡੀ ਭਰ ਗਈ। ਪੜ੍ਹ ਪੜ੍ਹ ਭਰੀਆਂ ਸਾਥ, ਸਾਥ ਦੇ ਬੋਰੇ, ਬੋਰੀਆਂ ਦੇ ਬੋਰੀਆਂ ਛੋਟੀਆਂ ਹੁੰਦੀਆਂ, ਬੋਰੇ ਵੱਡੇ ਹੁੰਦੇ ਨੇ। ਕਦੇ ਕਿਸੇ ਨੇ ਛੋਟੇ ਹੁੰਦੇ ਊਠ ਵੇਖੇ ਹੋਣ, ਉਹਨਾਂ ਦੇ ਦੋਨੋਂ ਪਾਸੇ ਬੋਰੇ ਲੱਦੇ ਹੁੰਦੇ ਸਨ, ਜਿਸ 'ਚ ਕਿਸੇ ਨੇ ਕਪਾਹ ਪਾਈ ਹੁੰਦੀ ਸੀ, ਕਿਸੇ ਨੇ ਕੋਈ ਚੀਜ਼ ਪਾਈ ਹੁੰਦੀ ਸੀ, ਉਹਨੂੰ ਕਹਿੰਦੇ ਸਾਥ ਬੋਰੇ। ਕਿਤਾਬਾਂ ਪੜ੍ਹ ਪੜ੍ਹ ਕੇ ਭਾਵੇਂ ਬੋਰੇ ਭਰ ਲਓ, ਕਿਤਾਬਾਂ ਪੜ੍ਹ ਪੜ੍ਹ ਕੇ ਗੱਡੀਆਂ ਭਰ ਲਓ, ਪੜ੍ਹ ਪੜ੍ਹ ਬੇੜੀ ਪਾਈਏ, ਬੇੜੀ ਕਿਸ਼ਤੀ ਨੂੰ ਕਹਿੰਦੇ ਨੇ। ਕਿਤਾਬਾਂ ਪੜ੍ਹ ਪੜ੍ਹ ਕੇ ਕਿਸ਼ਤੀ ਭਰ ਲਓ, ਪੜ੍ਹ ਪੜ੍ਹ ਗੱਡੀਆਂ ਖਾਤ, ਖਾਤ ਦੇ ਟੋਏ, ਅਤੇ ਪੜ੍ਹ ਪੜ੍ਹ ਟੋਏ ਭਰ ਲਓ ਕਿਤਾਬਾਂ ਦੇ। ਕਿਤਾਬ ਪੜ੍ਹੀ ਟੋਏ ਸੁੱਟਤੀ, ਫਿਰ ਪੜ੍ਹੀ ਟੋਏ ਭਰ ਲਓ ਕਿਤੇ ਟੋਏ। ਪੜ੍ਹੀਏ ਜੇਤੇ ਬਰਸ ਬਰਸ, ਜਿੰਨੀ ਉਮਰ ਹੈ ਬਰਸ ਸਾਲ ਨੂੰ ਕਹਿੰਦੇ, ਸਾਲਾਂ ਬੱਧੀ ਪੜ੍ਹਦੇ ਰਹੋ ਕਿਤਾਬਾਂ। ਪੜ੍ਹੀਏ ਜੇਤੇ ਮਾਸ, ਮਾਸ ਮੈਨੇ ਮਹੀਨੇ, ਜਿੰਨੇ ਮਹੀਨੇ ਨੇ ਇਹ ਵੀ ਕਿਤਾਬਾਂ ਪੜ੍ਹਦੇ ਰਹੋ। ਪੜ੍ਹੀਏ ਜੇਤੀ ਆਰਜਾ, ਆਰਜਾ ਹੁੰਦੀ ਉਮਰ, ਇਸ ਲਈ ਉਮਰ ਇਸਤਰੀ ਲਿੰਗ ਹੈ, ਇਸ ਲਈ ਹੈ ਜੇਤੀ। ਨਾਲੇ ਆਰਜਾ ਇੱਕ ਵਚਨ ਹੈ ਉਮਰ, ਇਸ ਲਈ ਕਿ ਪੜ੍ਹੀਏ, ਪੜ੍ਹੀਏ ਨਹੀਂ ਆਇਆ, ਪਹਿਲਾਂ ਬਹੁਵਚਨ ਸਨ, ਇਸ ਲਈ ਪੜ੍ਹੀਏ। ਇਹ ਆਰਜਾ ਇੱਕ ਵਚਨ ਹੈ, ਇਸ ਲਈ ਪੜ੍ਹੀਏ। ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਸਾਸ ਮੈਨੇ ਸਵਾਸ। ਸਾਸ ਜੇ ਪਿਛਲੇ ਸੱਸੇ ਨੂੰ ਔਂਕੜ ਹੁੰਦਾ ਫਿਰ ਸਾਹ ਇੱਕ ਵਚਨ ਹੋ ਜਾਣਾ ਸੀ, ਫਿਰ ਹੋਣਾ ਸੀ ਪੜ੍ਹੀਏ। ਹੁਣ ਸਾਸ ਬਹੁਵਚਨ ਹੈ, ਇਸ ਲਈ ਜੇਤੇ ਲੱਗ ਗਿਆ ਹੈ। ਪੜ੍ਹੀਏ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਖ। ਕਹਿੰਦੇ ਪੜ੍ਹ ਪੜ੍ਹ ਕੇ ਗੱਡੀਆਂ ਭਰ ਲਈਏ, ਪੜ੍ਹ ਪੜ੍ਹ ਕੇ ਬੋਰੇ ਭਰ ਲਈਏ, ਪੜ੍ਹ ਪੜ੍ਹ ਕੇ ਬੇੜੀ ਭਰ ਲਈਏ, ਪੜ੍ਹ ਪੜ੍ਹ ਕੇ ਜਿਹੜੇ ਟੋਏ ਨੇ, ਖਾਤੇ ਜਿਹੜੇ ਨੇ ਉਹ ਭਰ ਲਈਏ। ਸਾਲਾਂ ਬੱਧੀ ਪੜ੍ਹਦੇ ਰਹੀਏ, ਮਹੀਨਿਆਂ ਬੱਧੀ ਪੜ੍ਹਦੇ ਰਹੀਏ, ਜਿੰਨੀ ਆਰਜ ਉਮਰ ਮਿਲੀ ਸਾਰੀ ਉਮਰ ਪੜ੍ਹਦੇ ਰਹੀਏ। ਜਿੰਨੇ ਸਵਾਸ ਮਿਲੇ ਨੇ ਸਾਰੇ ਸਵਾਸਾਂ ਤੱਕ ਪੜ੍ਹਦੇ ਰਹੀਏ। ਨਾਨਕ ਲੇਖੈ ਇੱਕ ਗੱਲ, ਪਰ ਪਰਮਾਤਮਾ ਦੇ ਦਰ 'ਤੇ ਇੱਕੋ ਗੱਲ ਪ੍ਰਵਾਨ ਹੈ ਵੀ ਇੰਨੀਆਂ ਧਾਰਮਿਕ ਕਿਤਾਬਾਂ ਪੜ੍ਹ ਕੇ ਕੀ ਨਾਮ ਜਪਿਆ, ਕਿ ਧਾਰਮਿਕ ਕਿਤਾਬਾਂ ਹੀ ਪੜ੍ਹਦੇ ਰਹੇ। ਉੱਥੇ ਇੱਕੋ ਗੱਲ ਲਿਖੇ ਚਾਹੇ ਨਾਮ ਜਪਿਆ, ਹੋਰ ਹਉਮੈ ਝਖਣਾ ਝਾਕ। ਬਾਕੀ ਕਿਤਾਬਾਂ ਪੜ੍ਹ ਪੜ੍ਹ ਕੇ ਤਾਂ ਹਉਮੈ ਪੈਦਾ ਹੁੰਦੀ ਹੈ, ਮੈਂ ਇੰਨੀਆਂ ਕਿਤਾਬਾਂ ਪੜ੍ਹ ਲਈਆਂ, ਮੈਨੂੰ ਇੰਨਾ ਗਿਆਨ ਹੈ, ਮੈਨੂੰ ਚਾਰੇ ਵੇਦਾਂ ਦਾ ਗਿਆਨ ਹੈ, ਮੈਨੂੰ ਸਾਰੇ ਗੁਰੂ ਦੇ ਅਰਥ ਆਉਂਦੇ ਨੇ ਜੀ, ਮੈਂ ਬਹੁਤ ਵਧੀਆ ਕੀਰਤਨੀ ਹਾਂ ਜੀ, ਮੈਨੂੰ ਬੜੇ ਸ਼ਬਦ ਮੂੰਹ ਜ਼ਬਾਨੀ ਯਾਦ ਨੇ ਜੀ। ਇਹ ਹੰਕਾਰ ਪੈਦਾ ਕਰਦਾ। ਹੰਕਾਰ ਝਾ ਕੇ ਫਿਰ ਜੋ ਬੰਦਾ ਬੋਲਦਾ ਉਹ ਝਖਣਾ ਝਾਕ ਹੈ, ਝੱਖਾ ਮਾਰਦਾ ਹੈ, ਵਿਅਰਥ ਦਾ ਬੋਲਦਾ ਹੈ। ਉੱਥੇ ਇੱਕੋ ਗੱਲ ਲੇਖੇ 'ਚ ਵੀ ਨਾਮ ਜਪਣਾ। ਤਾਂ ਮੈਂ ਤੁਹਾਨੂੰ ਕਹਿਣਾ ਸਾਰੀ ਬਾਣੀ ਦਾ ਤੱਤ ਸਾਰ ਕੀ ਹੈ? ਸ਼ੁਭ ਕਰਮ ਕਰੋ ਅਤੇ ਨਾਮ ਜਪੋ। ਇਹ ਨਹੀਂ ਕਿ ਸਾਰੀ ਉਮਰ ਧਾਰਮਿਕ ਕਿਤਾਬਾਂ ਹੀ ਪੜ੍ਹਦੇ ਰਹੋ ਅਤੇ ਜੋ ਉਹਨਾਂ 'ਚ ਲਿਖਿਆ ਉਹਦੇ ਅਨੁਸਾਰ ਕਰਮ ਹੀ ਨਹੀਂ ਕਰਨਾ। ਉਹ ਫਿਰ ਸਾਰਾ ਦੇਖੋ ਗੁਰੂ ਨਾਨਕ ਜੀ ਕਹਿੰਦੇ ਸਭ ਵਿਅਰਥ। ਨਾਨਕ ਲੇਖੈ ਇੱਕ ਗੱਲ, ਇੱਕੋ ਗੱਲ ਲੇਖੇ 'ਚ ਆਉਣੀ ਹੈ। ਇੱਕੋ ਗੱਲ ਉੱਥੇ ਲਿਖੀ ਜਿਹਨੇ ਵੀ ਨਾਮ ਜਪਿਆ, ਨਾਮ ਨਹੀਂ ਜਪਿਆ
तो फिर उन्होंने जमदूत रखे हुए ने, उन्होंने कोल ठेंगा हुंदा, हिंदी कहते ठेंगा, पंजाबी कहते डंडा। हिंदुओं की धर्म पुस्तक लिखिया भी ठेंगा जिहड़ा है ये 16 सेर भारा हुंदा है। 16 सेर जिन्होंने तकरीबन अजकल 14 किलो कहते हैं, एडे भारे डंडे नाल फिर जमदूत कुटापा करते हैं कि तैनूं मनुखा जीवन दिता सी कि जाके शुभ कर्म कर ते नाम जप, तू पुठे काम करते रहे तो नाम भी नहीं जपिया, बस फिर वो कुटी जाते हैं ते बाह करी जा, वो नहीं सुनते, ना उन्होंने तरस आवे, ना तुहाडी हाल पका पुछण नो भी ना मारो माँ प्यो मर गया होए, फिर नहीं करता कहना वो अगले जन्म देखांगे, तेरा पहला हिसाब कर लिए। इस ये कोई माहौल नहीं हैगा किते समझे पता नहीं उहियां गल्लां लिखियां होईयां। सच की बाणी नानक आखै सच सुनाइसी सच की बेला। गुरु नानक कहते मैं तो सच की गल कहना, सच सुनाउणा, सच सुनाउण दा वेला है। मैं सच कह रहा कि उत्थे हिसाब किताब हुंदे ने, गुरु महाराज कहते बाकी सब काम व्यर्थ ने, बाकी किसी लेखे च नहीं है। तुसी अरबां पति उत्थे कोई लेखे च नहीं है, तुहानूं तो कोई इनाम नहीं मिलना, धर्मराज दे जाके तुहानूं इनाम नहीं मिलना भी तुसी अरबां पति सी, क्योंकि गुरु नानक दे पापां बाझों होवे नाही मोया साथ न जाई। जिन्हां कोले करोड़ां अरबां रुपये ने ये पाप कीते बिना हो ही नहीं सकते ने। इन्हां पाप कर्म कर करके इन्ना धन इकट्ठा कीता, वो जिहड़े पाप कीते ना फिर उहदा हिसाब किताब होना है। कर लो हुण जिन्ना करना, फिर कई कई जन्म भोगी जाणगे। बाबा जी गरीबी नहीं दूर हुंदी, मैं हाँ 100 वे जिया अपना किया, हुण कीता भोगो। इस बाबा हुण की करे, मगर पुठे काम कीते, चोरियां कीतियां, डाके मारे, ठगियां कीतियां, मिलावटां कीतियां, धोखाधड़ी कीती, रिश्वतां लईयां, किसे दा मकान दब लिया, किसे दा प्लाट दब लिया, किसे दी दुकान दब ली, नाले करजा भी नहीं दे, नाले ब्याह किराया ना दिता, नाले दुकान दब ली, नहीं छड्डदा है मैं। वो कहंदे भाई साडा मकान खाली कर दे, नहीं करदा, कोई नहीं तेरी वारी भी आऊ। किहड़ा मुक गया काम, किहड़ा मुक गया, तू जन्म लएंगा अगे तेरा कोई दब लेगा। मेरा एक दोस्त सी, वो मकान किराए ते रहिंदा सी, चलो काफ़ी देर दा रहिंदा सी, 400 रुपया किराया दिंदा सी उस जमाने च। कोठी पा ली, अपनी कोठी जावे ना, अपनी कोठी 1100 रुपये किराए ते देन लगा भी मैं उतों 1100 ले जाऊँ, इत्थे रही जाना, नहीं जाता। मैं कहता मैं नहीं जाता, मैनूं लग गया पता। मैं सुनो मेरी गल, तू है मेरा दोस्त, आपां 9वीं तो इकट्ठे पढ़ते आ रहे हैं, बहुत साल हो गए ने दोस्ती करदे, ये तेरी गल ठीक नहीं है। अगर तू अपने मकान च ना गया, जिसनों तू मकान किराए ते देवेंगा, मैं उसनों जाके ये कहांगा कि मैं फलाने दा दोस्त हाँ, जिहदा घर है ना मैं उहदा दोस्त हाँ पक्का, उन्हें फलाने दा घर दब लिया, तुसीं इहदा दब लिओ। मैं साफ तेनों कहना, फिर ना मैनूं कहीं भी मेरे दोस्त ने मेरे इंज किया, डर गया, फिर 15 दिन बाद टिंड फोड़ी चक के अपने नवे घर च आ गया। ये नहीं पता भले मानसा अज तू करदा ऐसा, कल नूं तेरे नाल होगा। मनुख नूं ज्ञान नहीं है कि जो मैं कर रहा यही कल नूं मेरे नाल होना है। डू गुड फाइंड गुड, डू बैड फाइंड बैड। ये नहीं है कि डू बैड ते फाइंड गुड, ये नहीं हो सकता, ये नहीं हो सकता। जिहो जिहा करोगे उहो जिहा भरोगे। याद रखना, कोई छेती ते कोई देर नाल, हर कर्म का हिसाब होना है। ये कर्मां तो कोई बंदा नहीं बच सकता। ख्याल रखना,
ਇਸ ਲਈ ਗੁਰੂ ਮਹਾਰਾਜ ਕਹਿੰਦੇ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸੋ ਵੇ ਜੀਆ ਆਪਣਾ ਕੀਆ, ਅੰਨ ਨ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਭਾਇਆ, ਬਸਤਰ ਨਾ ਪਹਿਰੈ ਅਹਨਿਸ ਕਹਿਰੈ, ਮੋਨ ਵਿਗੂਤਾ ਕਿਉ ਜਾਗੈ ਗੁਰਬਿਨ ਸੂਤਾ, ਪਗ ਉਪੇ ਤਾਣ ਆਪਣਾ ਕੀਆ ਕਮਾਣਾ, ਆਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੈ ਪਤ ਗਵਾਈ, ਵਿਨ ਨਾਮੈ ਕਿਛ ਥਾਏ ਨ ਪਾਈ, ਰਹਿ ਬੇਬਾਣੀ ਮੜੀ ਮਸਾਣੀ, ਮੜੀ ਅਡਾੜੇ ਦੇ ਪਰ ਚਹਾ ਬਿਹਾਰੀ ਨੂੰ ਬਿੰਦੀ, ਮਸਾਣੀ ਅਣਾਣੇ ਨੂੰ ਬਿਹਾਰੀ ਬਿੰਦੀ, ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਇਹਨੂੰ ਮਨ ਨਹੀਂ ਪੜ੍ਹਨਾ, ਮਨ ਪੜ੍ਹਨਾ ਹੈ, ਮਨ ਵਿੱਚ। ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸ਼ੇ। ਅੰਦੇਸ਼ਾ ਫਾਰਸੀ ਦਾ ਸ਼ਬਦ ਹੈ ਫਿਕਰ, ਅੰਦੇਸੇ ਨਹੀਂ ਪੜ੍ਹਨਾ। ਆਸ ਅੰਦੇਸ਼ੇ ਤੇ ਨਿਹ ਕੇਵਲ ਹਉਮੈ ਸ਼ਬਦ ਜਲਾਏ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਜਿੰਨਾ ਜ਼ਿਆਦਾ ਲਿਖਦਾ ਹੈ, ਜਿੰਨਾ ਜ਼ਿਆਦਾ ਪੜ੍ਹਦਾ ਹੈ, ਓਨਾ ਹੀ ਕੜਿਆ ਦੁਖੀ ਹੁੰਦਾ। ਇਹ ਪੜ੍ਹਿਆ ਬੰਦਾ ਜ਼ਿਆਦਾ ਦੁਖੀ ਹੁੰਦਾ ਅਨਪੜ੍ਹ ਨਾਲੋਂ। ਮੈਂ ਦੇਖਿਆ ਅਨਪੜ੍ਹ ਨਾਲੋਂ ਪੜ੍ਹਿਆ ਲਿਖਿਆ ਜ਼ਿਆਦਾ ਦੁਖੀ ਹੁੰਦਾ ਹੈ। ਅਨਪੜ੍ਹ ਨੂੰ ਤਾਂ ਜੋ ਕੰਮ ਮਿਲ ਗਿਆ ਕਰ ਲਏਗਾ, ਰੋਟੀ ਜੋਗਾ ਹੋ ਜਾਏਗਾ। ਪੜ੍ਹਿਆ ਲਿਖਿਆ ਨੌਕਰੀ ਭਾਲਦਾ, ਉਹ ਮਿਲਦੀ ਨਹੀਂ ਹੈਗਾ, ਰੋਟੀ ਖਾਣੀ ਔਖੀ ਹੋ ਗਈ ਹੈ। ਪੜ੍ਹ ਲਿਆ ਬਹੁਤ, ਬਹੁਤ ਪੜ੍ਹ ਲਿਖ ਲਿਆ ਹੈ, ਓਨਾ ਹੀ ਕੜਿਆ ਦੁਖੀ ਹੋ ਰਿਹਾ ਹੈ। ਬਹੁਤ ਤੀਰਥ ਭਵਿਆ, ਬੜੇ ਤੀਰਥਾਂ 'ਤੇ ਜਾ ਕੇ ਇਸ਼ਨਾਨ ਕੀਤਾ, ਤੇਤੋਂ ਲਵਿਆ, ਉਹਨੇ ਹੀ ਜ਼ਿਆਦਾ ਬੋਲਦਾ। ਮੈਂ ਫਲਾਣੇ ਤੀਰਥ 'ਤੇ ਗਿਆ, ਮੈਂ ਫਲਾਣੇ 'ਤੇ ਗਿਆ, ਮੈਂ ਫਲਾਣੇ 'ਤੇ ਗਿਆ, ਮੈਂ 68 ਤੀਰਥਾਂ ਦੇ ਵਿੱਚੋਂ 30 ਤੀਰਥਾਂ 'ਤੇ ਜਾ ਆਇਆ, ਮੈਂ ਹਰ ਸਾਲ ਹੇਮਕੁੰਟ ਸਾਹਿਬ ਜਾਂਦਾ, ਮੈਂ ਹਰ ਸਾਲ ਪਟਨਾ ਸਾਹਿਬ ਜਾਂਦਾ, ਮੈਂ ਹਰ ਸਾਲ ਹਜ਼ੂਰ ਸਾਹਿਬ ਜਾਂਦਾ। ਉਹਨੇ ਜ਼ਿਆਦਾ ਬੋਲਦਾ, ਲਵਿਆ ਵੀ ਨਹੀਂ ਬੋਲਦਾ। ਜਿੰਨਾ ਜ਼ਿਆਦਾ ਭਵੈ ਸੈਰ ਕੀਤੀ ਹੈ, ਉਹਨਾਂ ਜ਼ਿਆਦਾ ਬੋਲਦਾ ਹੈ, ਗੱਲਾਂ ਜ਼ਿਆਦਾ ਕਰਦਾ। ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਕਈ ਪ੍ਰਕਾਰ ਦਾ ਭੇਖ ਕੀਤਾ। ਭਗਤੀ ਕਰਨ ਵਾਲੇ ਕਈ ਪ੍ਰਕਾਰ ਦਾ ਭੇਖ ਕਰਦੇ ਨੇ। ਕਈ ਨੰਗੇ ਹੀ ਰਹਿੰਦੇ ਨੇ, ਕਈ ਇਕੱਲੀ ਲੰਗੋਟੀ ਪਾਈ ਹੁੰਦੀ ਹੈ, ਕਈਆਂ ਨੇ ਸਰੀਰ ਇੱਕੋ ਕੱਪੜਾ ਹੀ ਪਾਇਆ ਹੁੰਦਾ ਹੈ, ਕਈ ਇੱਕ ਲੱਤ 'ਤੇ ਖਲੋਤੇ ਹੁੰਦੇ ਨੇ, ਕਈ ਜਲ ਧਾਰੇ ਕਰ ਰਹੇ ਨੇ। ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਰੀਰ ਨੂੰ ਦੁੱਖ ਦਿੱਤਾ। ਇਹਦਾ ਭਜਨ ਬੰਦਗੀ ਨਾਲ ਕੀ ਮੇਲ ਹੈ? ਮੈਂ ਰੋਟੀ ਨਹੀਂ ਖਾਂਦਾ ਅਤੇ ਭਜਨ ਬੰਦਗੀ ਨਾਲ ਕੀ ਮਤਲਬ ਹੈ? ਰੋਟੀ ਨਹੀਂ ਖਾਂਦੇ, ਜੇ ਅਸੀਂ ਦੁੱਧ ਦਾ ਧਾਰੀ ਹਾਂ, ਵੀ ਰੋਟੀ ਖਾ ਲਓ। ਰੋਟੀ ਨਹੀਂ ਖਾਣੀ, ਜਿਸ ਤੋਂ ਸਿਰਫ ਦੁੱਧ ਪੀਂਦੇ ਹਾਂ। ਅਸੀਂ ਫਲੋ ਧਾਰੀ ਹਾਂ ਜੀ, ਅਸੀਂ ਸਿਰਫ ਫਲ ਖਾਂਦੇ ਹਾਂ ਜੀ, ਬਸ। ਹੋਰ ਵੀ ਪਰਮਾਤਮਾ ਇੰਨਾ ਕੁਛ ਬਣਾਇਆ, ਉਹ ਕਾਹਦੇ ਲਈ ਬਣਾਇਆ? ਉਹ ਖਾਣ ਲਈ ਬਣਾਇਆ। ਉਸ ਵੇਲੇ ਪਤਾ ਨਿਰੇ ਫਲ ਖਾ ਕੇ ਹੀ ਪਤਾ ਨਹੀਂ ਸਾਨੂੰ ਰੱਬ ਮਿਲ ਜਾਏਗਾ, ਪਤਾ ਨਹੀਂ ਅੰਨ ਛੱਡ ਕੇ ਰੱਬ ਮਿਲ ਜਾਏਗਾ। ਕਹਿੰਦੇ ਨਹੀਂ, ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਸਰੀਰ ਨੂੰ ਹੀ ਦੁਖੀ ਕੀਤਾ, ਧੁੱਪੇ ਬੈਠ ਬੈਠ ਕੇ, ਅੱਗ ਦੇ ਆਲੇ ਦੁਆਲੇ ਬੈਠ ਕੇ, ਜਲ ਧਾਰੇ ਕਰ ਕਰਕੇ, ਪੁੱਠੇ ਲਟਕ ਕੇ, ਇੱਕ ਲੱਤ 'ਤੇ ਖਲੋ ਕੇ ਆਪਣੇ ਸਰੀਰ ਨੂੰ ਦੁਖੀ ਕੀਤਾ ਨਾ। ਸੌ ਵੇ ਜੀਆ ਆਪਣਾ ਕੀਆ। ਹੇ ਜਿੰਦੇ, ਹੁਣ ਤੂੰ ਜੋ ਕੀਤਾ ਫਿਰ ਉਹਨੂੰ ਭੋਗ। ਹੁਣ ਸਹਿ, ਮੈਂ ਕਿ ਤੂੰ ਪਏ ਖੜਾ,
ਵੀ ਪਤਾ ਨਹੀਂ ਰੱਬ ਛੇਤੀ ਮਿਲੇਗਾ। ਉਹਦਾ ਸੂਰਜ ਦੀ ਪਈ ਗਰਮੀ ਧੜਮ ਕਰਕੇ ਧਰਤੀ 'ਤੇ ਡਿੱਗ ਪਿਆ। ਚੱਕੋ ਜੀ ਲੈ ਚਲੋ ਛਾਵੇਂ ਇਹਨੂੰ। ਹਾਂਜੀ ਬਾਬਾ ਜੀ ਲੱਗੇ ਨੇ ਭਗਤੀ ਕਰਨ। ਸੋ ਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ। ਕਈ ਅੰਨ ਨਹੀਂ ਖਾਂਦੇ। ਜਿਹੜਾ ਸਵਾਦ ਅੰਨ 'ਚ ਆਉਣਾ ਉਹ ਤਾਂ ਗਿਆ ਨਾ ਐਵੇਂ ਹੈ। ਪਰਮਾਤਮਾ ਨੇ ਅੰਨ ਬਣਾਇਆ ਹੈ, ਇਹ ਖਾਣ ਲਈ ਬਣਾਇਆ ਹੈ। ਅੰਨ ਨਾ ਖਾਇਆ ਸਾਧ ਗਵਾਇਆ। ਸਾਧ ਮੈਨੇ ਸਵਾਦ, ਜੀਵ ਦਾ ਸਵਾਦ ਹੀ ਖਤਮ ਕਰ ਲਿਆ। ਬਹੁਤ ਦੁੱਖ ਪਾਇਆ ਦੂਜਾ ਪਾਇਆ। ਰੱਬ ਚੰਗਾ ਨਹੀਂ ਲੱਗਾ, ਹੋਰ ਚੀਜ਼ਾਂ ਚੰਗੀਆਂ ਲੱਗੀਆਂ, ਇਸ ਲਈ ਦੁਖੀ ਹੋਈ ਜਾਂਦਾ ਹੈ। ਚੰਗਾ ਤਾਂ ਰੱਬ ਲੱਗਣਾ ਚਾਹੀਦਾ ਸੀ, ਰੱਬ ਚੰਗਾ ਨਹੀਂ ਲੱਗਦਾ, ਹੋਰ ਕੋਈ ਚੰਗਾ ਲੱਗਦਾ ਹੈ, ਇਸ ਲਈ ਦੁਖੀ ਹੁੰਦਾ ਹੈ। ਬਸਤਰ ਨਾ ਪਹਿਰੇ, ਕਈ ਕੱਪੜੇ ਨਹੀਂ ਪਹਿਨਦੇ, ਨੰਗੇ ਰਹਿੰਦੇ ਨੇ। ਇਹ ਨਾਂਗੇ ਸਾਧੂ ਆ ਜੀ। ਇਹ ਨਿਸ ਕਹਿਰੇ, ਦਿਨ ਰਾਤ ਕਹਿਰ ਹੁੰਦਾ, ਦੁੱਖ ਸਹਿਣ। ਹੁਣ ਠੰਡ ਹੈ, ਸਰੀਰ ਨੰਗਾ ਹੈ, ਠੰਡ ਲੱਗ ਰਹੀ ਹੈ, ਦੁਖੀ ਹੋ ਰਿਹਾ ਹੈ। ਸਰੀਰ ਨੰਗਾ ਹੈ, ਗਰਮੀ ਲੱਗ ਰਹੀ ਹੈ, ਦੁਖੀ ਹੋ ਰਿਹਾ ਹੈ। ਉਹ ਕਹਿਰ ਜੋ ਗਰਮੀ ਸਰਦੀ ਦਾ ਉਹ ਸਹਿੰਦਾ ਹੈ। ਵੀ ਤੂੰ ਕੱਪੜੇ ਪਾ ਲੈ। ਚਲ ਜਦੋਂ ਕੱਪੜੇ ਨਹੀਂ ਸਨ ਉਦੋਂ ਵੀ ਮੈਂ ਦੇਖਿਆ ਲੋਕ ਪੱਤਿਆਂ ਨਾਲ ਆਪਣੇ ਸਰੀਰ ਨੂੰ ਢੱਕਦੇ ਸਨ। ਹੁਣ ਤਾਂ ਕੱਪੜੇ ਹੋ ਗਏ ਨੇ, ਪਾਓ ਜਿਹੋ ਜਿਹੀ ਤੁਹਾਡੀ ਸਮਰੱਥਾ ਹੈ ਉਹਦੇ ਅਨੁਸਾਰ ਪਾ ਲਓ। ਮੌਨ ਵਿਗੂਤਾ, ਚੁੱਪ ਰਹਿੰਦਾ, ਬੋਲਦਾ ਨਹੀਂ ਹੈਗਾ। ਅਜੇ ਮੌਨ ਧਾਰੀਆਂ ਸੀ। ਕਹਿੰਦੇ ਖੁਆਰ ਹੁੰਦਾ ਹੈ। ਵਿਗੂਤਾ ਮੈਨੇ ਖੁਆਰ ਹੁੰਦਾ। ਕਿਉਂ ਜਾਗੈ ਗੁਰ ਬਿਨ ਸੁਤਾ। ਇਹ ਸੁੱਤਾ ਹੈ ਇਨਸਾਨ, ਗੁਰੂ ਤੋਂ ਬਿਨਾਂ ਕਿਵੇਂ ਜਾਗ ਸਕਦਾ ਹੈ। ਭਾਵੇਂ ਗਿਆਨੀ ਬੰਦਾ ਗੁਰੂ ਤੋਂ ਬਿਨਾਂ ਗਿਆਨਵਾਨ ਨਹੀਂ ਹੋ ਸਕਦਾ। ਪੱਗ ਉਪੇ ਤਨ, ਕਈ ਨੰਗੇ ਪੈਰੀ ਤੁਰਦੇ ਨੇ। ਆ ਕਈ ਗੁਰਦੁਆਰੇ ਮੰਦਿਰ ਨੰਗੇ ਪੈਰੀ ਜਾਂਦੇ ਨੇ, ਵੀ ਪਤਾ ਨਹੀਂ ਰੱਬ ਛੇਤੀ ਮਿਲੇਗਾ। ਕਿਆ ਭੁਲੇਖੇ ਨੇ। ਰੋਜ਼ ਆਸਾ ਦੀ ਵਾਰ ਸੁਣਦੇ ਨੇ, ਕਿਉਂਕਿ ਸਮਝ ਨਹੀਂ ਨਾ ਹੈਗੀ, ਅਰਥ ਹੀ ਨਹੀਂ ਆਉਂਦੇ, ਸਮਝ ਹੈ ਨਹੀਂ, ਫਿਰ ਵੀ ਨੰਗੇ ਪੈਰੀ ਗੁਰਦੁਆਰੇ ਨੂੰ ਜਾ ਰਹੇ ਨੇ। ਬਈ ਰਾਹ ਦੇ ਵਿੱਚ ਕੋਈ ਕਿੱਲ ਲੱਗ ਜਾਏਗਾ, ਕੋਈ ਕੰਡਾ ਵੱਜੇਗਾ, ਕੋਈ ਰੋਡ ਵੱਜੇਗਾ। ਸਰਦੀਆਂ ਦਾ ਮੌਸਮ ਹੈ, ਸੜਕ ਠੰਡੀ ਲੱਗੇਗੀ। ਗਰਮੀਆਂ ਦਾ ਮੌਸਮ ਹੈ, ਸੜਕ ਤੱਤੀ ਲੱਗੇਗੀ। ਨੰਗੇ ਪੈਰੀ ਦਾ ਕਿਆ ਮਤਲਬ ਹੈ। ਪੱਗ ਉਪੇ ਤਾਣਾ, ਪੱਗ ਮੈਨੇ ਪੈਰ, ਉਪੇ ਤਾਣਾ ਮੈਨੇ ਨੰਗੇ। ਨੰਗੇ ਪੈਰੀ ਕੇ ਰਹਿੰਦੇ ਨੇ। ਆਪਣਾ ਕੀ ਹੈ ਕਮਾਉਣਾ, ਫਿਰ ਜੋ ਕੀਤਾ ਉਹ ਸਹਿਣ ਕਰਨਾ ਪੈਂਦਾ। ਕੰਡਾ ਵੱਜਿਆ ਹੁਣ ਵੀ ਤੈਨੂੰ ਕਿ ਜੁੱਤੀ ਪਾ ਲੈ, ਤੂੰ ਜੁੱਤੀ ਨਹੀਂ ਪਾਈ ਹੈ ਜੀ। ਠੀਕ ਹੈ, ਵੱਜਿਆ ਕੰਡਾ, ਚੰਗਾ ਹੁਣ ਕਰੀ ਜਾ ਸੀ ਤੇ ਬੈਠਾ। ਆਲਮਲ ਖਾਈ, ਗੰਦ ਮੰਦ ਖਾਂਦੇ ਨੇ। ਜੋ ਖਾਣ ਵਾਲੀਆਂ ਚੀਜ਼ਾਂ ਉਹ ਖਾਂਦੇ ਨਹੀਂ, ਜੋ ਨਹੀਂ ਖਾਣ ਵਾਲੀਆਂ ਚੀਜ਼ਾਂ ਉਹ ਲੋਕ, ਬਹੁਤੇ ਲੋਕ ਉਹ ਖਾ ਰਹੇ ਹਨ। ਸਿਰ ਛਾਈ ਪਾਈ, ਸਿਰ 'ਤੇ ਸੁਆਹ ਪਾਈ ਹੁੰਦੀ ਹੈ, ਸਿਰ 'ਤੇ ਸੁਆਹ ਮਲੀ ਹੁੰਦੀ ਹੈ। ਮੂਰਖ ਅੰਧਾ ਪਤ ਗਏ। ਇਹ ਮੂਰਖ ਇਨਸਾਨ ਹੈ, ਅੰਧਾ ਭਾਵ ਅਗਿਆਨੀ ਹੈ, ਆਪਣੀ ਇੱਜ਼ਤ ਗਵਾ ਲੈਂਦਾ ਹੈ। ਵਿਨ ਨਾਮੇ ਕਿਛ ਥਾਏ ਨਾ ਪਾਈ। ਥਾਏ ਹੁੰਦਾ ਕਬੂਲ ਹੋਣਾ। ਨਾਮ ਤੋਂ ਬਿਨਾਂ ਪਰਮਾਤਮਾ ਦੇ ਦਰ 'ਤੇ ਹੋਰ ਕੋਈ ਵੀ ਚੀਜ਼ ਪ੍ਰਵਾਨ ਨਹੀਂ ਹੁੰਦੀ। ਕੋਈ ਚੀਜ਼ ਪ੍ਰਵਾਨ ਨਹੀਂ ਹੁੰਦੀ, ਨਾਮ ਪ੍ਰਵਾਨ ਹੁੰਦਾ। ਇਸ ਲਈ ਨਾਮ ਚਾਹੇ ਘਰ ਬਹਿ ਕੇ ਜਪ ਲਓ ਅਤੇ ਚਾਹੇ ਗੁਰਦੁਆਰੇ ਜਾ ਕੇ ਜਪ ਲਓ, ਕੀਮਤ ਥਾਂ ਪੈਣਾ ਦਾ ਕਬੂਲ ਹੋਣਾ। ਵਿਨ ਨਾਮੇ ਕਿਛ ਥਾਏ ਨਾ ਪਾਈ। ਨਾਮ ਤੋਂ ਬਿਨਾਂ ਕੁਝ ਵੀ ਥਾਂ ਨਹੀਂ ਪੈਂਦਾ, ਕੁਝ ਵੀ ਪਰਮਾਤਮਾ ਦੀ ਦਰ 'ਤੇ ਕਬੂਲ ਨਹੀਂ ਹੁੰਦਾ। ਰਹਿ ਬੇਬਾਣੀ ਮੜੀ ਮਸਾਣੀ। ਕਈ ਜੰਗਲਾਂ 'ਚ ਰਹਿੰਦੇ ਨੇ, ਕਈ ਮੜੀਆਂ ਕਬਰਾਂ 'ਚ ਰਹਿੰਦੇ ਨੇ। ਮਸਾਣੇ ਕਈ ਜਿਹੜੇ ਮੁਰਦਾ ਘਾੜ 'ਤੇ ਰਹਿੰਦੇ ਨੇ। ਅੰਧ ਨਾ ਜਾਣੇ, ਅੰਧ ਅੰਨੇ ਨੂੰ ਅਗਿਆਨੀ ਨੂੰ ਕਹਿੰਦੇ। ਅੰਧ ਨਾ ਜਾਣੇ ਫਿਰ ਪਛਤਾਣੀ। ਇਹ ਅੰਨਾ ਹੈ, ਇਹ ਅਗਿਆਨੀ ਹੈ, ਇਹਨੂੰ ਗਿਆਨ ਨਹੀਂ ਹੈ, ਮਗਰੋਂ ਪਛਤਾਉਂਦਾ ਫਿਰ। ਸਤਿਗੁਰ ਭੇਟੇ ਸੋ ਸੁਖ ਪਾਏ। ਜਿਹੜਾ ਗੁਰੂ ਨੂੰ ਮਿਲ ਪੈਂਦਾ ਉਹਨੂੰ ਸੁੱਖ ਮਿਲਦਾ। ਬਾਣੀ ਸਾਨੂੰ ਜੀਵਨ ਜਾਚ ਦੱਸਦੀ ਨਾ, ਕਿੰਨਾ ਸੌਖਾ ਹੈ ਸਿੱਖ ਦਾ ਜੀਵਨ। ਭਗਤਾਂ ਤੋਂ ਪਹਿਲਾਂ ਅਤੇ ਸਾਡੇ ਗੁਰੂਆਂ ਤੋਂ ਪਹਿਲਾਂ ਜਿਹੜੇ ਭਜਨਬੰਦੀ ਕਦੇ ਕਿੰਨਾ ਔਖਾ ਹੁੰਦੇ ਸਨ, ਉਹਨਾਂ ਦੇ ਗਿਣਿਆ ਸਾਰਾ ਵੀ ਕਿੰਨਾ ਲੋਕ ਔਖੇ ਹੋ ਰਹੇ ਸਨ। ਇਹ ਤਾਂ ਗੁਰੂ ਆਏ, ਭਗਤ ਆਏ, ਉਹਨਾਂ ਨੇ ਕਿਹਾ ਵੀ ਇਹ ਤੁਸੀਂ ਕੀ ਕਰ ਰਹੇ ਹੋ, ਇਸ ਤਰ੍ਹਾਂ ਤੁਹਾਨੂੰ ਕੋਈ ਨਹੀਂ ਰੱਬ ਰੂਪ ਮਿਲਣਾ। ਰੱਬ ਮਿਲਦਾ ਸ਼ੁਭ ਕਰਮ ਕਰਕੇ ਅਤੇ ਨਾਮ ਜਪ ਕੇ। ਆਪਣਾ ਦਸਾਂ ਨੂੰ ਦੀ ਕਿਰਤ ਕਰੋ, ਆਪਣਾ ਪਰਿਵਾਰ ਪਾਲੋ, ਨਾਲ ਨਾਮ ਜਪੋ।
ਸਤਿਗੁਰ ਭੇਟੇ ਸੋ ਸੁਖ ਪਾਏ। ਜਿਹੜਾ ਗੁਰੂ ਨੂੰ ਮਿਲ ਪੈਂਦਾ ਉਹਨੂੰ ਫਿਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂ ਸੁੱਖ ਦੀ ਪ੍ਰਾਪਤੀ ਹੁੰਦੀ? ਸਵਾਲ ਪੈਦਾ ਹੁੰਦਾ ਵੀ ਗੁਰੂ ਨੂੰ ਮਿਲਣ ਨਾਲ ਕਿਉਂ ਸੁੱਖ ਮਿਲਦਾ ਹੈ? ਹਰ ਕਾ ਨਾਮ ਮਨ ਵਸਾਏ, ਕਿਉਂਕਿ ਉਹ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਲੈਂਦਾ ਹੈ ਅਤੇ ਪਰਮਾਤਮਾ ਦੇ ਨਾਮ ਨਾਲ ਹੀ ਸਾਰੇ ਸੁੱਖ ਨੇ। ਨਾਨਕ ਨਦਰ ਕਰੇ ਸੋ ਪਾਏ। ਇਹ ਨਾਮ ਦੀ ਦਾਤ ਕਿਸ ਨੂੰ ਮਿਲਦੀ ਹੈ? ਜਿਸ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ। ਨਦਰ ਮੈਨੇ ਕਿਰਪਾ ਦ੍ਰਿਸ਼ਟੀ। ਨਾਨਕ ਨਦਰ ਕਰੇ ਸੋ ਪਾਏ। ਇਹ ਨਾਮ ਦੀ ਦਾਤ ਉਸ ਨੂੰ ਮਿਲਦੀ ਹੈ ਜਿਸ 'ਤੇ ਪਰਮਾਤਮਾ ਕਿਰਪਾ ਕਰਦਾ ਹੈ। ਆਸ ਅੰਦੇਸ਼ੇ ਤੇ ਨੇਹ ਕੇਵਲ ਹਉਮੈ ਸ਼ਬਦ ਜਲਾਏ। ਸ਼ਬਦ ਨਾਮ, ਉਹ ਨਾਮ ਜਪ ਜਪ ਕੇ ਆਪਣੇ ਅੰਦਰ ਆਸ ਇੱਛਾਵਾਂ ਖਤਮ ਕਰ ਲੈਂਦਾ, ਅੰਦੇਸ਼ੇ ਫਿਕਰ ਖਤਮ ਕਰ ਲੈਂਦਾ, ਨੇਹ ਕੇਵਲ ਇੱਛਾ ਰਹਿਤ ਹੋ ਜਾਂਦਾ ਹੈ। ਉਹ ਆਪਣੇ ਅੰਦਰੋਂ ਹਉਮੈ ਨੂੰ ਸਾੜ ਲੈਂਦਾ ਹੈ। ਉਹਦੇ ਅੰਦਰ ਇੱਛਾ ਖਤਮ ਹੋ ਜਾਂਦੀ ਹੈ, ਚਿੰਤਾ ਖਤਮ ਹੋ ਜਾਂਦੀ ਹੈ, ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਅਤੇ ਉਹ ਸ਼ੁੱਧ ਅਤੇ ਪਵਿੱਤਰ ਹੋ ਜਾਂਦਾ ਹੈ। ਇਸ ਕਰਕੇ ਉਹ ਸੁਖੀ ਰਹਿੰਦਾ ਹੈ। ਇਸ ਲਈ ਸਤਿਕਾਰਯੋਗ ਸਾਧ ਸੰਗਤ ਜੀ, ਤੱਤ ਸਾਰਾ ਬਾਣੀ ਦਾ, ਔਖੇ ਹੋਣ ਦੀ ਲੋੜ ਨਹੀਂ। ਦੇਖੋ ਕਿੰਨਾ ਗਿਣਿਆ ਵੀ ਕਿਵੇਂ ਕਿਵੇਂ ਪਹਿਲਾਂ ਭਜਨ ਬੰਦਗੀ ਕਰਨ ਵਾਲੇ ਕਿਵੇਂ ਕਿਵੇਂ ਰਹਿੰਦੇ ਸਨ। ਗੁਰੂ ਮਹਾਰਾਜ ਨੇ ਸਾਰਾ ਕੁਛ ਉਹਨਾਂ ਦਾ ਰੱਦ ਕਰਤਾ। ਕਹਿੰਦੇ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਦੁੱਖ ਦੇ ਰਹੇ ਹੋ। ਅਸੀਂ ਆਪਣੇ ਸਰੀਰ ਨੂੰ ਦੁੱਖ ਨਹੀਂ ਦੇਣਾ। ਇਸ ਸਰੀਰ ਨਾਲ ਤਾਂ ਸਗੋਂ ਭਜਨ ਬੰਦਗੀ ਦਾ ਕੰਮ ਲੈਣਾ। ਸਰੀਰ ਨੂੰ ਨਿਰੋਆ ਰੱਖਣਾ, ਸਰੀਰ ਨੂੰ ਤੰਦਰੁਸਤ ਰੱਖਣਾ ਹੈ। ਉਹ ਤਾਂ ਹੀ ਹੋਏਗਾ ਜੇ ਭੋਜਨ ਸਾਡਾ ਸਹੀ ਹੋਏਗਾ। ਜੇ ਅਸੀਂ ਖਾਏ ਗੰਦਮੰਦ ਰਹੇ ਹਾਂ ਤਾਂ ਕਿਵੇਂ ਫਿਰ ਤੰਦਰੁਸਤ ਹੋ ਜਾਵਾਂਗੇ? ਸਰੀਰ ਤੰਦਰੁਸਤ ਹੋਏਗਾ ਤਾਂ ਹੀ ਭਜਨ ਬੰਦਗੀ ਹੋਏਗੀ ਨਾ। ਇਸ ਲਈ ਬੜੇ ਧਿਆਨ ਨਾਲ ਖਾਣਾ ਹੈ, ਬੜੇ ਧਿਆਨ ਨਾਲ ਜੀਵਨ ਜਿਉਣਾ ਹੈ, ਤਾਂ ਜੋ ਸਾਡਾ ਜੀਵਨ ਵਧੀਆ ਹੋ ਜਾਏ, ਲੋਕਾਂ ਲਈ ਨਮੂਨਾ ਹੋ ਜਾਏ। ਅਸੀਂ ਆਪ ਸੁਖੀ ਹੋਈਏ, ਸਾਡੀ ਸੰਗਤ ਕਰਨ ਵਾਲੇ ਵੀ ਸੁਖੀ ਹੋਣ। ਅਸੀਂ ਆਪ ਨਾਮ ਜਪੀਏ, ਸਤਸੰਗੀ ਵੀ ਸਾਡੇ ਨਾਮ ਜਪਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ